गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावै। गुर कर शब्द विचार, गुरु कर रे मन मेरे। गुर कर शब्द सुपन्न, अगन कटहे सब तेरे। गुर नैण बैण गुर गुर करहो, गुरु सत कव नल कह। जिन गुरु न देखियो नह कियो, ते अज्ञात संसार मह। कहा बुद्ध प्रभ तुझ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। वाहिगुरु जी का खालसा, वाहिगुरु जी की फतेह। पतित पावन भगत वत्सल, अंतरजामी करुणा निधान गुरु गरीब नवाज, कलयुग के तारणहारे शब्द गुरु, दसां ही पातशाहियों के आत्मिक स्वरूप जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका अमृत वेले तो महाराज साहब जी की पावन पवित्र हजूरी अंदर दीवान सजे सन। सजे हो दीवाना अंदर आप सरबत संगतां हाजरियां भर के लाहे प्राप्त कर रहे हो। अमृतमई पावन गुरबाणी दे जाप रस पिन्ना गुरबाणी का कीर्तन आप संगतां ने सरवण किया है। आओ सत संगत जी होर भी कोई समा प्यार सत्कार सहित सतगुरु जी के चरणों में बैठ के लड़ीवार गुरु शब्द के विचार नाल जुड़ के लाहे प्राप्त करिए।
ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਪਿਆਰ ਨਾਲ ਜੁੜ ਕਰਕੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਲਾਦੇਸ਼ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਜੀਵਨ ਦੀ ਸਫਲਤਾ ਲਈ ਇਹ ਸਾਧ ਸੰਗਤ ਜੀ ਸਭ ਤੋਂ ਮਨੋਰਥ ਲਾਹਾ ਹੈ। ਇਹ ਸਭ ਤੋਂ ਵੱਡਾ ਤੇ ਪਰਮ ਸਾਧਨ ਹੈ ਜ਼ਿੰਦਗੀ ਦੀ ਸਫਲਤਾ ਵਾਸਤੇ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਅੰਦਰ ਧਾਰਨ ਕਰਨਾ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ, ਜੋ ਸਤਿਗੁਰੂ ਜੀ ਨੇ ਫਲਾਦੇਸ਼ ਬਖਸ਼ਿਸ਼ ਕੀਤਾ ਹੈ, ਤੇ ਇਸ ਨੂੰ ਸੁਣ ਕਰਕੇ ਜੀਵਨ ਦੇ ਅੰਦਰ ਢਾਲਣਾ, ਇਹ ਸਭ ਤੋਂ ਜ਼ਿੰਦਗੀ ਦਾ ਵੱਡਾ ਤੇ ਪਰਮ ਸਾਧਨ ਹੈ। ਜੀਵਨ ਨੂੰ ਸਫਲਿਆਂ ਕਰਨ ਦੇ ਵਾਸਤੇ ਹੋਰ ਵੀ ਸੰਸਾਰ ਦੇ ਅੰਦਰ ਬਹੁਤ ਸਾਰੇ ਸਾਧਨ ਨੇ, ਪਰ ਜੋ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਜੁੜ ਕਰਕੇ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਨਾ ਹੈ, ਇਹ ਸਤ ਸੰਗਤ ਜੀ ਸਭ ਤੋਂ ਵੱਡਾ ਤੇ ਪਰਮ ਜ਼ਿੰਦਗੀ ਦੀ ਸਫਲਤਾ ਵਾਸਤੇ ਸਾਧਨ ਹੈ। ਤੇ ਫਿਰ ਦੁਨੀਆ ਦੇ ਸਾਧਨਾਂ ਦੇ ਨਾਲੋਂ ਹੈ ਵੀ ਬੜਾ ਸੁਖਾਲਾ, ਸਰਲ ਸਾਧਨ ਹੈ। ਸਭ ਤੋਂ ਬਹੁਤੀ ਮਿਹਨਤ ਮਸ਼ੱਕਤ ਘਾਲਣੀ ਪੈਂਦੀ ਹੈ ਸੰਸਾਰ ਦੇ ਜਿਹੜੇ ਹੋਰ ਦੁਨੀਆ ਦੇ ਸਾਧਨ ਹਨ, ਪਰ ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜੀਵ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ ਬੜੇ ਪਿਆਰ ਦੇ ਨਾਲ ਸਤ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ, ਪਰਮਾਤਮਾ ਤੇਰੇ ਤੇ ਰਹਿਮਤ ਕਰੇਗਾ, ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਬਖਸ਼ਿਸ਼ ਕਰ ਦੇਵੇਗਾ। ਆਓ ਸਤ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੀਏ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਜੂਰ ਪੱਟੀ ਨਾਮੇ ਬਾਣੀ ਅੰਦਰ ਝੱਜੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। हे ਪਾਂਧਾ ਜੀ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲਵੇ, हे ਜੀਵ ਜੇਕਰ ਤੂੰ ਸਤਿਗੁਰੂ ਜੀ ਦੀ ਓਟ ਲੈ ਲਵੇਂ, ਕਦਾਚਿਤ ਵੀ ਤੈਨੂੰ ਜ਼ਿੰਦਗੀ ਵਿੱਚ ਝੂਰਨਾ ਨਹੀਂ ਪਵੇਗਾ। ਕੋਈ ਵੀ ਮਨੁੱਖ ਜ਼ਿੰਦਗੀ ਵਿੱਚ ਕੰਮ ਕਰਦਾ ਹੈ, ਸਤ ਸੰਗਤ ਜੀ ਜੇ ਤਾਂ ਲਾਭ ਮਿਲ ਜਾਵੇ ਤੇ ਬੜਾ ਖੁਸ਼ ਹੁੰਦਾ ਹੈ, ਜੇ ਨੁਕਸਾਨ ਹੋਵੇ ਤਾਂ ਬੜਾ ਝੂਰਦਾ ਹੈ, ਬੜਾ ਚਿੰਤਾ ਕਰਕੇ ਦੁਖੀ ਹੁੰਦਾ ਹੈ। ਜੇ ਤਾਂ ਕੋਈ ਮੁਨਾਫਾ ਮਿਲ ਜਾਵੇ ਤਾਂ ਫਿਰ ਬੜਾ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੋ ਜਾਂਦਾ ਹੈ। ਪਰ ਜੇ ਉਹ ਕਰਮ ਕਰਨ ਦੇ ਬਾਅਦ ਵਿੱਚ ਸਤ ਸੰਗਤ ਜੀ ਕੋਈ ਲਾਹਾ ਨਾ ਮਿਲੇ ਤੇ ਫਿਰ ਬਾਰ-ਬਾਰ ਭੁੱਬਾ ਮਾਰ-ਮਾਰ ਕਰਕੇ ਰੋਂਦਾ ਹੈ, ਝੂਰਦਾ ਹੈ ਕਿ ਮੈਂ ਕੰਮ ਕਿਉਂ ਕੀਤਾ ਹੈ। ਮਹਾਰਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਨੇ, ਝੱਜੇ ਅੱਖਰ ਦੁਆਰਾ ਉਪਦੇਸ਼ ਦੇ ਰਹੇ ਹਨ। हे ਜੀਵ, ਤੈਨੂੰ ਕਦਾਚਿਤ ਵੀ ਝੂਰਨਾ ਨਹੀਂ ਪਵੇਗਾ। ਜਿਹੜੇ ਤੂੰ ਦੁਨੀਆ ਦੇ ਕੰਮ ਕਰਕੇ ਸੰਸਾਰ ਦੇ ਸਾਧਨ ਕਰਨ ਤੋਂ ਬਾਅਦ ਵਿੱਚ ਫਲ ਪੂਰਾ ਨਾ ਮਿਲਣ ਤੋਂ ਬਾਅਦ ਤੂੰ ਝੂਰਦਾ ਰਹਿੰਦਾ ਹੈ, ਚਿੰਤਾ ਕਰਕੇ ਦੁਖੀ ਹੁੰਦਾ ਰਹਿੰਦਾ ਹੈ, ਪਰ ਹਜੂਰ ਕਹਿੰਦੀ ਸਾਡਾ ਬਚਨ ਮੰਨ, ਤੈਨੂੰ ਕਦਾਚਿਤ ਵੀ ਝੂਰਨਾ ਨਹੀਂ ਪਵੇਗਾ। ਇੱਕ ਵਾਰ ਪੂਰੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਤੂੰ ਵਿਖਾ ਵੇਖ, ਇੱਕ ਵਾਰ ਸੁਣ ਕੇ ਤਾਂ ਦੇਖ। ਜਿਵੇਂ ਕਿਸੇ ਨੂੰ ਸਮਝਾਈਦਾ ਹੈ ਨਾ ਸਾਧ ਸੰਗਤ ਜੀ, ਜੇ ਮਨੁੱਖ ਦਾ ਮਨ ਨਾ ਮੰਨਦਾ ਹੋਵੇ ਉਹ ਕੰਮ ਕਰਨ ਦੇ ਵਾਸਤੇ, ਕੋਈ ਕਾਰਜ ਕਰਨਾ ਹੋਵੇ, ਬੰਦੇ ਦਾ ਮਨ ਨਹੀਂ ਮੰਨ ਰਿਹਾ ਕਿ ਮੇਰਾ ਚਿੱਤ ਨਹੀਂ ਕਰਦਾ, ਮੇਰਾ ਚਿੱਤ ਚਾਹਤ ਹੀ ਨਹੀਂ ਕਰ ਰਿਹਾ ਕਿ ਮੈਂ ਕਾਰਜ ਕਰਾਂ,
पर जिस मनुख ने अपनी जिंदगी के अंदर प्रैक्टिकल किया है, जीवन दे विच हंडाया है, जीवन के अंदर कमाई करके अभ्यास करके पाया है, उसनों पता है, वो भरोसे करके विश्वास करके आख रहा हुंदा है। पर जिस मनुख ने अजे वो कार्य शुरू करना हुंदा है, जिस मनुख ने उस रस्ते ते चलना हुंदा है, वो सत संगत जी दुविधा विच पिया रहिंदा है। वो मन के अंदर कई तरह दी विचारां दी गिणतियां गिणदा रहिंदा है कि इस रस्ते ते मैं पहला कदाचित भी चलिया नहीं ते किते मेरी जिंदगी विच मैनूं कोई नुकसान ना पहुंच जावे, पता नहीं मैनूं जिंदगी विच लाहा मिलेगा भी कि नहीं मिलेगा, मैनूं की प्राप्त होवेगा, इत्यादि कई तरह दी विचारां मन के अंदर विचारदा रहिंदा है। पर जिन्हां ने सत संगत जी जीवन दे विच हंडाया हुंदा है, जिंदगी विच कमाई कीती हुंदी, आप प्रैक्टिकल कीता हुंदा है, वो फिर बड़े भरोसे से हो करके आप मुहारे हो करके वचन आखदे है, समझाते भुले हो जीव नूं, हे जीव तू जिंदगी में जिहड़ा रस्ता धारण किया है ना, ये रस्ता अकाल पुरख परमात्मा के घर जाने वाला नहीं है। इस रस्ते ते चलण नाल तेरे जीवन की सफलता नहीं होने वाली। इस रस्ते ते चलण करके पता नहीं फिर पुनर किन्ने को जन्म संसार के अंदर तेरे होने वाले है, पता नहीं किन्ने को बार बार जगत अंदर तू जन्म धारण करता रहेगा। इसलिए महाराज सच्चे पातशाही का उपदेश सुन करके एक बार तू वेखते लै, जिहड़ा मनुख ने आप जिंदगी विच कीता हुंदा वो दूजे मनुख नूं समझाउंदा है कि एक बार तू करके तो वेख, साडा वचन मन के तो वेख, ते बाद में फिर तेन पता लगेगा जदों इहदा तेनों फल प्राप्त होवेगा, जदों तेरे ते परमात्मा दी रहमतां वरसणगियां। सो ऐसा गरीब नवाज महाराज सच्चे पातशाह हजूर ने उपदेश बख्शिश किया है झज्जे अखर द्वारा। धन गुरु अमरदास साहिब महाराज कहते ने, झज्जै कदे न झूरह मूढ़े, सतगुर का उपदेश सुन तो विखा। एक बार महाराज सच्चे पातशाही का उपदेश सुन करके देख, फिर देखना तेरे मन को कितनी शांति मिलती है, फिर देखना तेरे मन की कितनी एकाग्रता बनती है। जिस मन को एकाग्र करने के वास्ते तू होर संसार के साधन करता है, होर दुनियावी रस्ते धारण करता है, एक बार सतगुरु जी के उपदेश के रस्ते तो चल करके देख। महाराज जी के बख्शे हुए उपदेश द्वारा प्रेमा भगती के मार्ग ते चल करके तो देख, फिर तेन पता चलेगा कि महाराज सच्चे पातशाही के उपदेश के कितनी बड़ी शक्ति है, कितनी बड़ी ताकत है महाराज शिव जी के फलादेश अंदर। जो सतगुरु जी सिक्ख्या देंदे सब तो परम है, सब तो वड्डी है, तो फिर तेनों बाद विच पता चलेगा। सतगुरु का उपदेश सुन तो विखा, एक बार जरूर सुन करके देख। साध संगत श्री गुरु अमरदास साहिब महाराज जी का ही पावन मुख वाक है, आनंद साहिब पावन बाणी अंदर हजूर ने उच्चारण किया है, सतगुरु का उपदेश सुन तू होवै तेरा नाले, कहे नानक मन प्यारे, तू सदा सच संभाले। हे मना, एक बार सतगुरु जी का उपदेश श्रवण करके देख। महाराज सच्चे पातशाही का फला दे शरधा विश्वास रूप करना दे नाल सुन। हजूर कहते सदा ही परमात्मा तेरे नाल वसदा हुए नज़र आवेगा, तेनू समझ पै जाएगी, तेनू ज्ञात हो जाएगी कि वाहिगुरु जिसनू बहुत दूरी ते जानदा वो सदा ही परमात्मा मेरे नेड़े वसदा है, हर समय मैनू देख रहा है, हर समय मैनू सुन रहा है। उस परमात्मा अकाल पुरख वाहिगुरु जी के स्वरूप की तैनू ज्ञात प्राप्त हो जाएगी। हे मना, कह नानक मन प्यारे, तू सदा सच संभाले। तू जिंदगी भर फिर परमात्मा का सिमरन करेगा, वाहिगुरु जी की याद नू हिरदे घर दे अंदर सांभ करके रख लवेगा, संभाल के रख लवेगा, जे महाराज सिंह जी का उपदेश श्रवण कर लेंदा है। तो साध संगत जी, कई बार मनुख बहुत टाल मटोल करता रहिंदा है, नहीं सतगुरु जी का उपदेश नहीं श्रवण करना,
फिर किते जिंदगी विच कोई महाराज जी का उपदेश सुन लवांगे। सतगुरु जी का हुक्मनामा साहिब महाराज साहब सच्चे पातशाही की जिहड़ी सच्ची ते परम सिक्ख्या फिर किते सुन लवांगे, जां अपने आप नूं मनुख ज़्यादा अकलवान बहुता सियाणपा वाला जान करके भी सतगुरां दे उपदेश सुनन तो गुरेज करता है, अवेसला हो करके रहिंदा है कि मैनू तां रब ने बहुत अकल दिती है, मैं तो बड़ा सियाणा हाँ, जगत के लोग भी मैनू सियाणा कहते हैं, मेरे वर्गा ते सियाणपा वाला कोई संसार अंदर है ही नहीं है। इन्हां विचारां अधीन हो करके भी कई बार मनुख हंकार के नशे भी सतगुरां दे उपदेश सुनन तो बड़ा गुरेज करदा है, बार बार अवेसले हो करके रहिंदा है। ते जे गरीब नवाज महाराज सच्चे पातशाह जी जीव ते कृपा करन, कोई ना कोई विद बन जावे, सतगुरु जी का उपदेश सरवण कर लवे, जो उपदेश सुन करके मन नूं सुकून प्राप्त हुंदा है, वो जिंदगी भर पहला कदाचित भी नहीं मन नूं प्राप्त होया हुंदा। कई बार वडेरी उम्र का भी मन के अंदर मान हंकार हुंदा है। साध संगत जी, जो आनंदपुर साहिब की पावन धरती अनेकां चोज वरताए गुरु कलगीधर पिता महाराज सच्चे पातशाह जी ने जंगा युद्धां तो वेले हो करके जिवें अखीरली जंग मुक्तसर साहिब की जो जंग की है, हजूर ने जंग फतेह करके बाद विच सतगुरु सच्चे पातशाह महाराज जी ने एक रमणीक थां ते अपना उतारा किया। नाल सिंघां दा जथा जो नेड़े ही साध संगत जी नदी वगदी सी, एक पासे जा करके सोहनी संघनी छां देख करके सतगुरु जी ने डेरा कर लिया। एन उहदे दूसरे पासे नदी के किनारे ते एक जोगा अभ्यासी जोगी रहिंदा सी। उन्हें अपनी कुटिया बनाई, उहदे विच चेले दास बहुत सारे उहदे पास रहिंदे ते साध संगत जी उन्होंने योगा अभ्यास का वो सिखाया करदा, सिक्ख्या देंदा सी कि किवें जोगी बनीदा है, योगा अभ्यास किवें करीदा है। ते शाम का वक्त सी, गरीब नवाज महाराज सच्चे पातशाही का डेरा देख करके सिंह इधर उधर तुरे फिर रहे ने, कुछ पहरे ते खड़े, कुछ गुरबाणी का जाप कर रहे ने। वो जोगी का जदों सामने निगाह पई तो अपने चेलियां नूं पुछण लग पिया। इन्ने समय नूं विचरदे होए सिंह भी उहदे पास डेरे दे कोल चले गए ने। वो कहण लगा, जी ये कौन है, किन्हां ने इत्थे डेरा कीता, बड़ा इधर उधर टहद रहे है, बहुत गिणती विच इन्हां दे नाल कोई दास सन, कौन है। तो जदों उहदे चेलियां ने दस्सिया कि ये गुरु गोबिंद सिंह साहिब महाराज हैं, धन गुरु गोबिंद सिंह साहिब महाराज सच्चे पातशाह जी है, जिन्हां ने मुगलों पठाणा पहाड़ी राजिਆਂ नाल तुरकां दे नाल ਲੱਖਾਂ ਦੀ ਤਾਦਾਦ ਵਿੱਚ फौज चढ़ करके आई सी, सब नूं मार दिता, खपा दिता है। मैदाने जंग दी विच बहुतात विच तुरकां दीआं फौजां नूं मार करके जंग फतेह करके आए है आनंदपुर साहिब की धरती तो। ते हजूर दा जदों ये वचन सुने तो मन विच बड़ी हैरानगी भी हुई। तो फिर कहण लगा, इन समय नूं सिंह उत्थे चले, कहंदे किन्नी कुछ उम्र है इन्हां दी। तो जदों सिंघां ने दस्सिया, कहंदे कि 35-36 को साल दे अजे आरबला है महाराज साहब जी की। तो जदों ये सुनिया तो कहंदा कि इन्नी छोटी जी उम्र, मैं इन्हां दे कोल जा करके की लैणा, तुसीं कहंदे बड़े पीरां दे पीर हन, गुरुआं दे गुरु है, इन्नी छोटी जी आरबला विच ना कोई जिंदगी भी साधन साधिया होवेगा, कोई कमाई नहीं कीती होवेगी, कोई भी साधन नहीं कीता होवेगा, ना ही इन्हां दा मन एकाग्र हुंदा होवेगा, मन भी शांत नहीं होवेगा इन्नी छोटी जी आरबला अंदर। तो मैं इन्हां कोल जा करके की लैणा, क्योंकि ये जोगी नूं अपनी उम्र का बड़ा मान सीगा। 5120 साल की उम्र सी, उन्होंने अपनी उम्र का ही बड़ा मान सीगा कि इन्हां दी 35 को साल, मेरी हज़ारां वर्ष उम्र है, मेरा इन्हां ने किवें बराबरता कर लैनी, मैं की लैना इन्हां कोल जा करके, टाल दिता है। तो जदों साध संगत जी सिंह वापस आए, शाम का समा रहराज साहब गुरबाणी का जाप हो रहा है। महाराज सच्चे पातशाही दे सिंह भी जदों आए वापस, उहदे चेले कुछ नाल देखण वास्ते आ गए। वो जोगी दे चेले आए,
तिन्हां ने गरीब नवाज महाराज ਸਾਹਿਬ जी का जिवें दीवान सजदा इसी तरह दीवान की तरह महाराज उच्चे आसन ते बैठे है। सिंह पास बैठ करके गुरबाणी पढ़ रहे, कोई सरवण कर रहे ने। ते जदों महाराज सच्चे पातशाह जी दे ये वचन सुने ना कि गरीब नवाज सतगुरु जी अंतरजामी है, ਸਿੰਘਾਂ ने पूछया महाराज वो जोगी तो इयों कहता, आपदे बारे पहला पूछिया सी वो कौन है? सतगुरु जी कहते उसकी उम्र वडेरी है, उन्होंने अपनी उम्र का बड़ा माण है। ये अंतरजामता के वचन सुन करके उसके चेलिया ने जाके दसिया, तो फिर हाथ में डंगोरी लैके कहता कि तो कोई पूर नहीं जापदे, फिर मैं जा करके हुण उपदेश इन्हां दा सरवण करांगा। जदों गरीब नवाज सतगुरु जी के पास आया, महाराज ਸਾਹਿਬ जी की सन्मुख हो करके खलो गया, तो सतगुरां ने फिर भी बड़ा इसका सत्कार किया। कह लगे आओ जोगी जी आ जाओ, इत्थे सामने क्यों खलोते हो, आओ पास आ करके बैठो। सतगुरु जी ने बड़े सत्कार के नाल उसनूं अपने पास बैठाया ते हजूर दे चरणों ते नमस्कार करके हाथ जोड़ के बेनती की, है सतगुरु जी मेरे तो भुल हो गई महाराज, मैं गलती कर लई है, तुहाडे ते शंका कीता है महाराज, मैं तुहाडी छोटी आरबला ते शंका कर बैठा, मैनू मुआफ कर देवो ते महाराज मैनू अपनी सिੱਖੀ की दात बख्शो। पर एक बेनती है कि तुहाडी छोटी जी आरबला विच महाराज इन्ना ज्ञान किवें प्राप्त हो गया है? मेरी हज़ारां बरस उम्र है महाराज, आप जी की केवल 35 कुछ साल की आरबला है, इन्नी ज्ञात इन्नी सूझ तक कित्थों प्राप्त हो गए, किहड़ा साधन साधिया? तो सतगुरु जी ने मुस्कुरा के वचन किया, कह लगे हे जोगी तू ये जिहड़ा शरीर रूपी गोदड़ा उहो साफ करके रखे लंबेरे समय तो, दसम द्वार दे भी सवासां नूं चढ़ा के टिका करके बैठा रहिना चौंकड़ा मार के। महाराज सच्चे पातशाह कहंदे सी ये शरीर रूपी पोशाक बदली है, तू शरीर रूपी गोदड़ा उहो ही रखना कीता, फर्क बस इन्ना कोई है। तो सतगुरु जी के चरणों ते टह करके महाराज ਸਾਹਿਬ जी तो सिੱਖੀ पान की सी, महाराज मैनू अपना सिख बना लो। पहला देख लो सत संगत जी, मन में हंकार सीगा कि मैं की लैना इन्हां तो जा करके, वडेरी उम्र का मान सी, मन अंदर गुमान सीगा। तो हजूर यो उपदेश बख्शिश कर रहे, जदों जीव सतगुरां दा उपदेश सुनता है ना तां फिर समझ पैंदी है, तां ही जीव नूं अकल आउंदी है कि मैं कित्थे को खड़ा हाँ, सतगुरु जी मैनू की समझा रहे है, मैं किस ढंग दे नाल अपना जीवन बतीत कर रहा हाँ। धन गुरु अमरदास साहब सच्चे पातशाह जी कहते, झज्जै कदे न झूरे मूढ़े, सतगुर का उपदेश सुन तू विखा। कहते तेन झूरना नहीं पवेगा, एक बार सतगुरु जी का उपदेश सुन करके तो देख तेनू घाटा नहीं पैण वाला, क्योंकि कई बार साख्त पुरुषों के ये बोल होंदे है मन मुखां दे कि जेड़ा गुरु की शरण विच जाना, संगत विच जाके चौंकड़ा ला के बैठ जाना, ये तो वेलिਆਂ का काम है। सानू तो कामां काजां तो वेल नहीं मिलदा, असीं कित्थों संगत करनी है। पर महाराज जी की प्यारी सतसंगत करन दे नाल कदे भी सतसंगत जी घाटा नहीं पैंदा। गरीब नवाज सतगुरु जी दीयां बख्शिशां जरूर प्राप्त होंदियां ने। ऐसा ये सरल ते बड़ा परम महाराज ਸਾਹਿਬ जी ने जिंदगी की सफलता का संगत का यह साधन बख्शिश किया है, जिस विच कदे भी घाटा नहीं पैंदा। होर दुनिया का कोई भी मनुख उद्यम करता, उपराला करता है, कोई साधन सारदा, वो जरूर पर जरूर किते ना किते घाटा पै ही जाता है। पर महाराज जी की प्यारी सतसंगत भी जुड़ के उपदेश सरवण करना, ये कदाचित भी घाटा नहीं पैंदा। ताई महाराज ਸਾਹਿਬ जी ने भगत रसना द्वारा उच्चारण किया है, कबीर एक घड़ी आदि घरी, आदि हूँ ते आद, भगतन सेती गोष्ठे जो कीने सो लाभ। इत्थे हानि का ते घाटे का कोई भी शब्द नहीं आया, लाभ भी प्राप्त होवेगा। एक बार महाराज कहते तो उपदेश सुन करके तो वेख सद संगत जी भाई बहलो सब तो पहलू जिन्होंने वरदान प्राप्त होया सी महाराज ਸਾਹਿਬ जी तो, ये सखी सरवर दे सुल्तानी दे साध संगत जी मट्टां की पूजा करने वाले सन। पर हजूर ने सिख दे कोल पत्रिका भी भेजी, सुनेहा भी भेजा
पर बार बार टाली जाते, कहते मैं तो सतगुरु जी नूं जानदा ही नहीं, मैं कि उन्हां तो उपदेश लैके की करना। ना कदे उन्हां दे नाल मिलिया, ना कदे उन्हां दे दर्शन कीते, नाले मैनूं उन्हां तो कोई काम ही नहीं, तो मैं की करना उन्हां दे पास जाके। पर अंतरजामी सतगुरु जी जानते सन कि इन्हें गुरु घर दे भी सेवा करनी, दा भला होना है, लोक परलोक इहदा सवारिया जाना है। सतगुरु जी जानते सन, भाई बहलो जी नहीं सन जानते, बार बार टाल मटोल करी जाते सन। जदों तीजी वार सिख हजूर दा वचन पाक करके गया, तो फिर थोड़ी जी मन के अंदर विचार आई कि मना कोई ना कोई हो सकता, भला हो ही जावे, देख लेने आ। तो जदों महाराज सच्चे पातशाही की शरण धारण की, तो फिर सतगुरु जी का ही जिंदगी पर हो करके रह गए। तो महाराज जी ने फिर सेवा तो त्रुट करके वरदान दिता सी, भाई बहलो सब तो पहलो। सत संगत जी मनुख बड़ा भजदा है महाराज जी का उपदेश सरवण करने तो, पर गरीब नवाज हजूर कहते है जीवा, एक बार तू महाराज जी का उपदेश सुन करके तो वेख, तेरे जीवन का पलटा बदल जाएगा, जिंदगी तब्दील हो जाएगी, भटकदा होया मन एकाग्र हो जाएगा। महाराज सच्चे पातशाही के उपदेश विच इन्नी शक्ति है। ये गरीब नवाज सतगुरु जी सिੱਖਿਆ द्वारा महान बख्शिशां कर देंदे हन। क्योंकि जीवन काल दौरान पूरे सतगुरु जी तो बिना कोई संसार दे अंदर गुरु नहीं है। सतगुर बाझो गुर नहीं कोई, गुर कोई नहीं संसार दे अंदर, केड़ा गुर नहीं जेड़ा तेरे हिरदे अंदर अज्ञान दे हनेरे नूं दूर करके रो ज्ञान दा प्रकाश कर देवे। पूरे सतगुरां तो बिना कोई संसार दे अंदर ऐसी शक्ति नहीं है, कोई संसार दे अंदर ऐसा गुरु नहीं है जो तेरे अज्ञान नूं दूर करके हिरदे अंदर ज्ञान दा दीवा बाल करके प्रकाश कर देवे। इस करके महाराज सच्चे पातशाह सतगुरु जी ने गुरबाणी अंदर बार बार ये सत संगत जी उपदेश भरे वचन उचारण कीते हैं। हे जीवा, महाराज जी की शरण धारण कर ले। भट्ट रसना द्वारा बड़ा प्यारा वचन है। महाराज सच्चे पातशाह जी की खिदमत में जो वचन उचारण किए हैं, भट्ट रसना द्वारा हजूर ने बख्शिश की, कहते हैं गुर बिन घोर अंधार, गुरु बिन समझ न आवे। हे जीव, पूरे सतगुरु जी तो बिना जिंदगी तेरी गाफलताई भरी है। ये जान के अन्य की तरह तो हनेरे में टक्करां ही मार रहे हैं। पूरे सतगुरां तो बिना जिंदगी तेरी दुखदायक है। हनेरे दे विच तो फिर रहे हैं, दर दर ते ठोकरां खा रहे हैं, कदे भी तेनों परमारथ का रस्ता प्राप्त होने वाला नहीं है। गुर बिन घोर अंधार, गुरु बिन समझ ना आवे। ना ही तेन कोई समझ आने वाली है, ना कोई अकल मिलने वाली चंगी, जिस अकल करके तू वाहिगुरु के घर दे विच मान सत्कार प्राप्त कर सके। और इसे ही बस नहीं, महाराज साहब जी कहते गुर बिन सुरत ना सिद्ध, गुरु बिन मुक्त ना पावे। पूरे सतगुरां दे बाझों महाराज कहते कोई बांह फड़न वाला नहीं है, और ना ही तेरी सुरत टिकण वाली है, ना तेन मुक्ति की दात मिलने वाली है, ना कोई महाराज कहते आत्मिक शक्ति तेन प्राप्त होने वाली है। इस करके हजूर बख्शिश करते हैं, गुर कर सच विचार, गुरु कर रे मन मेरे। हे मेरे प्यारे मना, तू सतगुरु जी के सच्चे शब्द के विचार करिया कर। गुर कर शब्द विचार, गुरु कर रे मन मेरे, गुर कर शब्द सपुन, अगन कटहे सब तेरे। जे महाराज सच्चे पातशाह जी का उपदेश सरवण कर लवे ना, सतगुरु जी के शब्द के विचार कर लवे, महाराज साहब जी कहते तेरे हिरदे की पवित्रता हो जाएगी, तेरा हिरदा निर्मल हो जाएगा। जे महाराज साहब जी का उपदेश सुन करके जीवन में धारण कर लवे। और अगन कटे सब तेरे, तेरे कीते हुए पूर्वले जन्मां जन्मांतरां दे पाप कर्म, अग जेड़े कीते हुए पाप खोटे कर्म सारे कट्टे जाणगे। ये पूरे सतगुरु जी की वडियाई है। गुर कर शब्द सपुन, अगन कटे सब तेरे, गुर नैन बैण गुर गुर करहो, गुरु कर सत नव कल कह।
ਭੱਟ ਨਲ ਜੀ ਨੇ ਉਚਾਰਨ ਕੀਤਾ, ਕਹਿੰਦੇ ਇਹਨਾਂ ਨੇਤਰਾਂ ਦੇ ਨਾਲ ਵੀ ਸਤਿਗੁਰੂ ਜੀ ਦੇ ਦੀਦਾਰ ਕਰਿਆ ਕਰ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਤੇ ਬੈਣ ਬਚਨਾਂ ਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਗੁਰੂ ਕਰਕੇ ਵਾਹਿਗੁਰੂ ਵਾਹਿਗੁਰੂ ਕਰਕੇ ਯਾਦ ਕਰਿਆ ਕਰ। ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਿਆ ਕਰ, ਕਿਉਂਕਿ ਸਤਿਗੁਰੂ ਜੀ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। ਤੇ ਅਗਲਾ ਅਖੀਰਲਾ ਜੋ ਬਚਨ ਕੀਤਾ ਹੈ, ਕਹਿੰਦੇ ਜਿਨ ਗੁਰੂ ਨਾ ਦੇਖਿਓ ਨਾਹੋ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਨ੍ਹਾਂ ਨੇ ਆਪਣੇ ਸਤਿਗੁਰੂ ਜੀ ਦੇ ਦੀਦਾਰ ਨਹੀਂ ਨਾ ਕੀਤੇ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਭਾਵਨਾ ਦੇ ਨਾਲ ਦਰਸ਼ਨ ਨਹੀਂ ਪਰਸਦੇ, ਹਜੂਰ ਕਹਿੰਦੇ ਨੇ ਭੱਟ ਰਸਨਾ ਦੁਆਰਾ, ਮਹਾਰਾਜ ਕਹਿੰਦੇ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਜਿਹੜਾ ਅਕਿਆਤ ਹੈ, ਭਾਵ ਕਿਸੇ ਵੀ ਲੇਖੇ ਵਿੱਚ ਆਉਣ ਵਾਲਾ ਨਹੀਂ ਹੈ। ਅਕਾਰਥ ਹੀ ਸੰਸਾਰ ਦੇ ਵਿੱਚ ਤਿਨਾਂ ਦਾ ਆਇਆ ਹੋਇਆ, ਜਿਨ੍ਹਾਂ ਨੇ ਨਾ ਤਾਂ ਸਤਿਗੁਰੂ ਜੀ ਦੇ ਦੀਦਾਰ ਕੀਤੀ ਹੈ, ਨਾਹੋ ਕੀਓ, ਤੇ ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਕਰਕੇ ਹਿਰਦੇ ਅੰਦਰ ਧਾਰਨ ਕੀਤਾ। ਤੇ ਅਕਿਆਤ ਸੰਸਾਰ ਮੈਂ, ਉਸ ਸੰਸਾਰ ਵਿੱਚ ਭਾਵੇਂ ਉਹਨਾਂ ਨੂੰ ਮਨੁੱਖਾ ਦੇਹੀ ਵੀ ਪ੍ਰਾਪਤ ਹੋ ਗਈ, ਪਰ ਜਾਣੋ ਕਿ ਅਕਾਰਤ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ ਸਾਧ ਸੰਗਤ ਜੀ, ਜੋ ਜ਼ਿੰਦਗੀ ਦੀ ਸਫਲਤਾ ਬਣਾ ਦੇਣੀ, ਭੁੱਲੇ ਹੋਇਆਂ ਨੂੰ ਸਿੱਧੇ ਰਸਤੇ ਤੇ ਪਾ ਦੇਣਾ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਐਸੇ ਪੂਰੇ ਸਤਿਗੁਰੂ ਜੀ ਨੂੰ ਜੀਵਨ ਵਿੱਚ ਪਾਇਆ ਹੈ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਤੇ ਨਾ ਭੁੱਲਿਆ ਹੋਇਆਂ ਨੂੰ ਮਹਾਰਾਜ ਸਾਹਿਬ ਜੀ ਨੇ ਪਰਮਾਰਥ ਦੇ ਰਸਤੇ ਤੇ ਚਲਾ ਕੇ ਬਖਸ਼ਿਸ਼ ਕੀਤੀ ਹੈ। ਤੋ ਇਸ ਲਈ ਹਜੂਰ ਕਹਿੰਦੇ ਨੇ, ਸਤਿਗੁਰ ਬਾਝਹੁ ਗੁਰ ਨਹੀਂ ਕੋਈ। ਹੇ ਜੀਵ ਨਿਸ਼ਚੈ ਕਰਕੇ ਜਾਣ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕੋਈ ਵੀ ਤੇਰਾ ਆਪਣਾ ਨਹੀਂ ਹੈ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਇਹ ਨਿਸ਼ਚੈ ਕਰਕੇ ਜਾਣ, ਤੇਰਾ ਅੱਗੇ ਪਰਲੋਕ ਦੇ ਵਿੱਚ ਵੀ ਕੋਈ ਸਹਾਇਕ ਬਣਨ ਵਾਲਾ ਨਹੀਂ ਹੈ। ਜਿਨ੍ਹਾਂ ਤੇ ਆਸਰਾ ਤੱਕੀ ਬੈਠਾ ਹੈ, ਕਦੇ ਸਖੇ ਸੰਬੰਧੀਆਂ ਤੇ, ਕਦੇ ਕਿਸੇ ਦੇਵੀ ਦੇਵਤਿਆਂ, ਕਦੇ ਕਿਸੇ ਦਾ ਪੂਜਨ ਕਰਦਾ ਹੈ, ਪਰ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਜੈਸਾ ਕੋਈ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਤੋਂ ਬਿਨਾਂ ਕੋਈ ਵੀ ਤੇਰਾ ਰੱਖਿਆ ਕਰਨ ਵਾਲਾ ਨਹੀਂ ਹੈ। ਨਿਗੁਰੇ ਕਾ ਹੈ ਨਾਉ ਬੁਰਾ। ਤੇ ਮਹਾਰਾਜ ਕਹਿੰਦੇ ਹੈ ਪਾਂਦਾ ਜੀ, ਗੁਰੂ ਤੋਂ ਹੀਣੇ ਮਨਮੁਖ ਬੰਦੇ ਦਾ ਤਾਂ ਨਾਮ ਲੈਣਾ ਵੀ ਮਾੜਾ ਹੈ। ਸਤ ਸੰਗਤ ਜੀ, ਗੁਰੂ ਕਾ ਬਚਨ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਖ ਵਾਕ ਹੈ, ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਕਿ ਨਿਗੁਰੇ ਬੰਦੇ ਦਾ ਤਾਂ ਨਾਮ ਲੈਣਾ ਵੀ ਮਾੜਾ ਹੈ। ਕਿੰਨਾ ਉਹਦਾ ਅਪਵਿੱਤਰ ਜੀਵਨ ਹੋਵੇਗਾ ਜਿਹੜਾ ਸਤਿਗੁਰੂ ਜੀ ਦਾ, ਮਹਾਰਾਜ ਜੀ ਦਾ ਓਟ ਆਸਰਾ ਨਹੀਂ ਲੈਂਦਾ, ਜਿਹੜਾ ਗੁਰੂ ਕੀ ਸ਼ਰਨ ਨਹੀਂ ਧਾਰਨ ਕਰਦਾ। ਜੋ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਕਿੰਨਾ ਅਪਵਿੱਤਰ ਉਹ ਮਨੁੱਖ ਦਾ ਜੀਵਨ ਹੋਵੇਗਾ। ਜਿਸ ਪ੍ਰਥਾਏ ਮਹਾਰਾਜ ਜੀ ਨੇ ਐਸੇ ਬਚਨ ਕਹਿ ਦਿੱਤੇ ਹੈ ਕਿ ਨਿਗੁਰੇ ਕਾ ਹੈ ਨਾਉ ਬੁਰਾ। ਇਹਦੇ ਤੋਂ ਆਪ ਹੀ ਸਾਨੂੰ ਅੰਦਾਜ਼ਾ ਲਗਾਉਣਾ ਚਾਹੀਦਾ ਕਿ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਕਿ ਨਹੀਂ ਚਾਹੀਦਾ। ਮਹਾਰਾਜ ਜੀ ਦਾ ਉਪਦੇਸ਼ ਸੁਣ ਕਰਕੇ ਸਾਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ, ਨਾ ਕਿ ਸੁਣਨ ਤੋਂ ਅਵੇਸਲੇ ਹੋਣਾ ਚਾਹੀਦਾ। ਕਿਉਂਕਿ ਜੋ ਸਾਡੇ ਮਨ ਦੇ ਅਨੁਕੂਲ ਕੋਈ ਬਚਨ ਹੁੰਦਾ ਨਾ, ਉਹ ਤਾਂ ਬੜਾ ਅਸੀਂ ਸਤ ਕਰਕੇ ਮੰਨਦੇ ਹਾਂ। ਹਾਂ ਜੀ, ਮਹਾਰਾਜ ਜੀ ਨੇ ਬੜਾ ਪਿਆਰਾ ਹੁਕਮਨਾਮਾ ਸਾਹਿਬ ਦਿੱਤਾ, ਪਰ ਮਨ ਦੇ ਅਨੁਕੂਲ ਨਾ ਹੋਵੇ ਤੇ ਫਿਰ ਉਹ ਸਾਧ ਸੰਗਤ ਸੇ ਸੁਣਨ ਤੋਂ ਵੀ ਭੱਜਦੇ, ਅਵੇਸਲੇ ਹੁੰਦੇ ਆ। ਗਰੀਬ ਨਵਾਜ, ਪਰ ਸਤਿਗੁਰੂ ਜੀ ਦੀ ਬਾਣੀ ਸਦਾ ਸੱਚ ਹੈ, ਸਦਾ ਹੀ ਸੱਚ ਦੇ ਨਾਲ ਜੋੜਦੀ ਹੈ, ਸਦਾ ਹੀ ਸੱਚ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਸਤਾ ਦਿਖਾਉਂਦੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ, ਨਿਗੁਰੇ ਕਾ ਹੈ ਨਾਉ ਬੁਰਾ। ਇੱਕ ਬੜੀ ਪੁਰਾਣੀ ਕਥਾ ਵੀ ਹੈ ਸਾਧ ਸੰਗਤ ਜੀ। ਨਾਰਦ ਮੁਨੀ ਜੀ ਨੇ ਜੀ ਗੁਰੂ ਨਹੀਂ ਸੀਗਾ ਧਾਰਨ ਕੀਤਾ, ਤੇ ਵਿਸ਼ਨੂੰ ਭਗਵਾਨ ਦੀ ਸਭਾ ਵਿੱਚ ਜਾਣਾ, ਤੇ ਜਦੋਂ ਸਮਾਪਤੀ ਹੋਣੀ ਨਾ, ਤੇ ਬਾਅਦ ਵਿੱਚ ਜਦੋਂ ਨਾਰਦ ਮੁਨੀ ਨੇ ਨਮਸਕਾਰ ਕਰਕੇ ਉੱਠ ਕੇ ਚਲੇ ਜਾਣਾ, ਤੇ ਜ਼ਿਕਰ ਆਉਂਦਾ ਹੈ ਸਾਖੀ ਦੇ ਅੰਦਰ ਕਿ ਸਵਾ ਗਿੱਟ ਸਾਧ ਸੰਗਤ ਜੀ ਧਰਤੀ ਤੋਂ ਜਿਹੜੀ ਮਿੱਟੀ ਪਟਾਉਣੀ, ਵਿਸ਼ਨੂੰ ਭਗਵਾਨ ਜੀ ਨੇ ਆਪ ਨੇੜੇ ਖਲੋ ਕੇ ਆਪਣੇ ਦਾਸਾਂ ਨੂੰ ਕਹਿਣਾ ਕਿ ਇੱਥੋਂ ਮਿੱਟੀ ਪੁੱਟੋ ਤੇ ਹੋਰ ਬਾਹਰੋਂ ਚੰਗੀ ਮਿੱਟੀ ਲੈ ਕੇ ਪਾਓ। ਪਰ ਪਤਾ ਕਿਸੇ ਨੂੰ ਕੁਝ ਨਹੀਂ ਸੀਗਾ ਕਿ ਕਿਉਂ ਹੈ।
ਤੇ ਜਦੋਂ ਇੱਕ ਦਿਨ ਕਿਸੇ ਨੇ ਕਿਹਾ ਕਿ ਕਹਿੰਦੇ ਕਿ ਭਗਵਾਨ ਦੀ ਸ਼ਰਨ ਵਿੱਚ ਬੜੀ ਤੋਂ ਪਿਆਰ ਤੇ ਭਾਵਨਾ ਨਾਲ ਜਾਂਦਾ ਹੈ, ਪਰ ਦੇਖ ਤੇਰਾ ਕਿੰਨਾ ਉੱਥੇ ਨਿਰਾਦਰ ਹੁੰਦਾ ਹੈ। ਨਾਰਦ ਮੁਨੀ ਨੂੰ ਕਿਸੇ ਨੇ ਕਿਹਾ ਤੇ ਪਰ ਯਕੀਨ ਨਾ ਕੀਤਾ ਕਿ ਮੇਰੇ ਨਾਲ ਤਾਂ ਬੜਾ ਸਨੇਹ ਕਰਦੇ ਵੀ ਹੋ ਨਹੀਂ ਸਕਦਾ। ਤੇ ਜਦੋਂ ਕਹਿੰਦੇ ਕਿ ਆਪ ਜਾ ਕਰਕੇ ਦੇਖ ਲਈ, ਸਭਾ ਤੋਂ ਬਾਅਦ ਵੀ ਚਲਾ ਗਿਆ ਤੇ ਦੁਬਾਰਾ ਇਹਨੂੰ ਉਸੇ ਸਮੇਂ ਮੁੜ ਕਰਕੇ ਆ ਕੇ ਦੇਖਿਆ ਤੇ ਠੀਕ ਭਗਵਾਨ ਉਸੇ ਤਰ੍ਹਾਂ ਮਿੱਟੀ ਪਟਵਾ ਕੇ ਤੇ ਹੋਰ ਪਵਾ ਰਹੇ ਸੀ। ਤੇ ਫਿਰ ਰਿਹਾ ਨਾ ਗਿਆ, ਨਾਰਦ ਮੁਨੀ ਤੋਂ ਕਹਿਣ ਲੱਗੇ, ਮਹਾਰਾਜ ਮੇਰਾ ਇੰਨਾ ਨਿਰਾਦਰ, ਮੈਂ ਤੇ ਬੜੀ ਭਾਵਨਾ ਦੇ ਨਾਲ ਤੁਹਾਡੇ ਕੋਲ ਆਉਣਾ, ਤੁਹਾਡੀ ਸੰਗਤ ਵਿੱਚ ਆ ਕੇ ਜੁੜਦਾ, ਤੇ ਤੁਸੀਂ ਮੇਰਾ ਇੰਨਾ ਨਿਰਾਦਰ ਕਰਦੇ ਹੋ। ਤੇ ਵਿਸ਼ਨੂੰ ਭਗਵਾਨ ਕਹਿਣ ਲੱਗੇ, ਕਹਿੰਦੇ ਕਿ ਨਿਰਾਦਰ ਤਾਂ ਹੁੰਦਾ ਕਿ ਤੂੰ ਅਜੇ ਤੱਕ ਗੁਰੂ ਨਹੀਂ ਧਾਰਨ ਕੀਤਾ, ਤੂੰ ਨਿਗੁਰਾ ਹੈ। ਤੇ ਨਿਗੁਰਾ ਮਨੁੱਖ ਜਿੱਥੇ ਬਹਿੰਦਾ ਉਹ ਥਾਂ ਵੀ ਅਪਵਿੱਤਰ ਹੋ ਜਾਂਦੀ ਹੈ, ਭਿੱਟੀ ਜਾਂਦੀ ਹੈ। ਇਸ ਕਰਕੇ ਅਸੀਂ ਇੱਥੋਂ ਮਿੱਟੀ ਪਟਾ ਕੇ ਤੇ ਹੋਰ ਇੱਥੇ ਮਿੱਟੀ ਪਵਾਉਂਦੇ ਆ, ਇਹਨੂੰ ਪਵਿੱਤਰ ਰੱਖਣ ਦੇ ਵਾਸਤੇ, ਥਾਂ ਨੂੰ ਚੰਗੀ ਰੱਖਣ ਦੇ ਵਾਸਤੇ। ਜਦੋਂ ਇਹ ਸੁਣਿਆ ਤੇ ਮਨ ਅੰਦਰ ਬੜਾ ਫਿਰ ਸਾਧ ਸੰਗਤ ਜੀ ਦਰਦ ਹੋਇਆ, ਬੜਾ ਅੰਦਰ ਮਹਿਸੂਸ ਹੋਇਆ ਕਿ ਮੈਂ ਨਿਗੁਰਾ ਹਾਂ, ਇੰਨਾ ਮੇਰਾ ਅਪਵਿੱਤਰ ਜੀਵਨ ਹੈ, ਮੈਂ ਤਾਂ ਵਿਦਿਆ ਵੀ ਬਹੁਤ ਸਾਰੀ ਪੜ੍ਹੀ ਹੋਈ ਹੈ। ਫਿਰ ਸਾਧ ਸੰਗਤ ਜੀ ਭਗਵਾਨ ਜੀ ਦਾ ਬਚਨ ਮੰਨ ਕਰਕੇ ਗੁਰੂ ਧਾਰਨ ਕੀਤਾ ਸੀ। ਇਸ ਕਰਕੇ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਜੀਵ ਸਤਿਗੁਰ ਬਾਝੁ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਨਿਗੁਰੇ ਬੰਦੇ ਦਾ ਨਾਮ ਲੈਣਾ ਵੀ ਮਾੜਾ ਹੈ, ਇਸ ਲਈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਨਾ ਪਾਨ ਕੀਤਾ, ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਨਹੀਂ ਨਾ ਬਣੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜ਼ਰੂਰ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹਲ ਛਕ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਮਹਾਰਾਜ ਜੀ ਦਾ ਬਚਨ ਵੀ ਸਾਨੂੰ ਮੰਨਣਾ ਚਾਹੀਦਾ। ਸਤਿਗੁਰੂ ਜੀ ਦੇ ਲੜ ਲੱਗਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਨੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਜੀ ਆਖ ਰਹੇ ਹੈ ਕਿ ਨਿਗੁਰੇ ਬੰਦੇ ਦਾ ਨਾਮ ਲੈਣਾ ਵੀ ਮਾੜਾ ਹੈ। ਧੱਦੇ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹਨ, ਹੇ ਪਾਂਧਾ ਜੀ, ਇਹ ਜਿਹੜਾ ਮਨ ਬਾਰ-ਬਾਰ ਭਟਕਦਾ ਫਿਰ ਰਿਹਾ ਨਾ, ਧਾਵਾ ਧਾਈ ਕਰ ਰਿਹਾ ਹੈ, ਇਹਨੂੰ ਵਰਜ ਕਰਕੇ ਰੱਖਿਆ ਕਰ। ਮਨ ਬਾਰ-ਬਾਰ ਭਟਕਦਾ ਹੈ, ਛਿਨ ਮਾਤਰ ਸਮੇਂ ਵਿੱਚ ਪਤਾ ਨਹੀਂ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਕਬਹੁ ਜੀਅੜਾ ਊਬ ਚੜ੍ਹਤ ਹੈ, ਕਬਹੁ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਕੋਈ ਥਾਂ ਛੱਡਦਾ ਹੀ ਨਹੀਂ ਹੈ, ਮਨ ਦੀ ਇੱਦਾਂ ਦੀ ਹਾਲਤ ਹੈ, ਦਰ ਦਰ 'ਤੇ ਭਟਕਦਾ ਹੈ। ਛਿਨ ਛਿਨ ਮਾਤਰ ਸਮੇਂ ਵਿੱਚ ਬਾਰ-ਬਾਰ ਇਹ ਭੱਜ ਦੌੜ ਕਰਦਾ ਰਹਿੰਦਾ ਹੈ, ਧਾਵਾ ਧਾਈ ਦੇ ਵਿੱਚ ਲੱਗਾ ਰਹਿੰਦਾ ਹੈ। ਉਹ ਹਜ਼ੂਰ ਦੇ ਬਖਸ਼ਿਸ਼ ਕਰਦੇ ਨੇ, ਧੱਦਾ ਧਾਵਤ ਵਰਜ ਰੱਖ ਮੂੜੇ। ਇਹ ਮੂੜੇ ਬੇਸਮਝ ਜੀਵਾ ਇਸ ਸੰਸਾਰ ਦੇ ਪਦਾਰਥਾਂ ਵਿੱਚ ਧਾਵਾ ਧਾਈ ਕਰਦੇ ਹੋ, ਮਨ ਨੂੰ ਵਿਵਰਜਿਤ ਕਰਕੇ ਰੱਖ। ਵਿਸ਼ੇਸ਼ ਕਰਕੇ ਵਰਜ ਤੋਂ ਭਾਵ ਰੋਕ ਕੇ ਰੱਖ ਲੈ, ਰੋਕ ਕਰਕੇ ਰੱਖਣਾ ਕਰ। ਧਾਵਾ ਧਾਈ ਕਰਦੇ ਹੋਏ ਮਨ ਨੂੰ ਕਦੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਧਾਵਾ ਧਾਈ ਕਰਨ ਲੱਗ ਪੈਂਦਾ, ਕਦੇ ਸੰਸਾਰ ਦੇ ਧਨ ਪਦਾਰਥਾਂ ਦੇ ਵਿੱਚ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਇਹ ਧਾਉਂਦੇ ਹੋ ਮਨ ਨੂੰ ਰੋਕ ਕਰਕੇ ਰੱਖਣਾ ਕਰ। ਜਿਸ ਖਜ਼ਾਨੇ ਨੂੰ ਪਾਉਣ ਵਾਸਤੇ ਧਾਵਾ ਧਾਈ ਕਰਦਾ ਨਾ, ਉਹ ਤਾਂ ਤੇਰੇ ਅੰਦਰ ਹੈ। ਅੰਤਰ ਤੇਰਾ ਨਿਧਾਨ ਪਿਆ, ਉਹ ਅੰਦਰ ਝਾਤ ਮਾਰ ਕਰਕੇ ਦੇਖ, ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਹੈ। ਪਰਮਾਤਮਾ ਤੇਰੇ ਅੰਦਰ ਚੌਂਕੜਾ ਲਗਾ ਕਰਕੇ ਬੈਠਾ ਹੈ, ਪਰ ਤੂੰ ਅੰਤਰਮੁਖੀ ਬਿਰਤੀ ਕਰਕੇ ਤਾਂ ਇੱਕ ਵਾਰ ਦੇਖ, ਤੂੰ ਬਾਹਰ ਹੀ ਭਟਕਦਾ ਰਹਿੰਦਾ। ਹੇ ਮਨਾ, ਤੂੰ ਦਰ ਦਰ 'ਤੇ ਠੋਕਰਾਂ ਖਾਂਦਾ ਰਹਿੰਦਾ, ਇੱਕ ਵਾਰ ਆਪਣੇ ਅੰਦਰ ਝਾਤ ਮਾਰ ਕਰਕੇ ਦੇਖ। ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਵਾਹਿਗੁਰੂ ਤੇਰੇ ਅੰਦਰ ਚੌਂਕੜਾ ਲਗਾ ਕਰਕੇ ਬੈਠਾ ਹੋਇਆ, ਪਰ ਤੂੰ ਅੰਦਰ ਦੇਖਦਾ ਨਹੀਂ, ਬਾਹਰ ਹੀ ਦੇਖੀ ਜਾਂਦਾ ਹੈ। ਜੋ ਕੁਝ ਦ੍ਰਿਸ਼ਟਾਮਾਨ ਉਸੇ ਨੂੰ ਸੱਚ ਮੰਨੀ ਬੈਠਾ ਕਿ ਜੋ ਕੁਝ ਦਿਸ ਰਿਹਾ ਹੈ ਇਹੋ ਕੇਵਲ ਸੱਚਾ ਹੈ, ਇਹੋ ਹੀ ਹਕੀਕਤ ਹੈ।
ਇਹੋ ਹੀ ਅਸਲ ਜ਼ਿੰਦਗੀ ਹੈ। ਤੇ ਜੋ ਅਦ੍ਰਿਸ਼ਟ ਸਰੂਪ ਹੈ, ਗੁਪਤ ਰੂਪ ਹੋ ਕਰਕੇ ਪ੍ਰਮਾਤਮਾ ਤੇਰੇ ਅੰਦਰ ਬੈਠਾ, ਉਹਦੇ ਤੇ ਤੈਨੂੰ ਸ਼ੱਕ ਹੈ, ਉਹ ਮੰਨਣ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਅੰਤਰ ਤੇਰਾ ਨਿਧਾਨ ਪਿਆ। ਹੇ ਜੀਵ, ਵਾਹਿਗੁਰੂ ਦਾ ਨੌ ਨਿਧੀਆਂ ਦਾ ਨਾਮ ਦਾ ਖਜ਼ਾਨਾ ਵੀ ਤੇਰੇ ਅੰਦਰ ਹੈ। ਤੂੰ ਬਾਹਰ ਧਾਵਾ ਤਾਈ ਕਰ ਕਰਕੇ ਯਤਨ ਕਰ ਰਿਹਾ, ਭਟਕਦੇ ਹੋ ਮਨ ਨੂੰ ਇਕਾਗਰ ਕਰਨਾ ਕਰ, ਵਰਜ ਕਰਕੇ ਰੱਖਿਆ ਕਰ। ਜੇਕਰ ਕੋਈ ਜੀਵ ਗੁਰਮੁਖ ਹੋ ਜਾਵੇ, ਗੁਰਮੁਖਤਾਈ ਜੀਵਨ ਵਿੱਚ ਧਾਰਨ ਕਰ ਲਵੇ, ਗੁਰਮੁਖਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲੱਗ ਪਵੇ, ਉਸ ਨੂੰ ਮਹਾਰਾਜ ਕਹਿੰਦੇ ਹਰ ਰਸ ਆਇਆ ਨੂੰ। ਫਿਰ ਵਾਹਿਗੁਰੂ ਦਾ, ਹਰੀ ਦਾ ਨਾਮ ਦਾ ਰਸ ਆ ਜਾਂਦਾ ਹੈ, ਪਰਮੇਸ਼ਰ ਦਾ ਪ੍ਰੇਮ ਰਸ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਫਿਰ ਜੁਗਾਂ ਜੁਗੰਤਰਾਂ ਤੱਕ ਉਹ ਵਾਹਿਗੁਰੂ ਦਾ ਪ੍ਰੇਮ ਰਸ, ਪਰਮਾਤਮਾ ਜੀ ਦਾ ਨਾਮ ਰਸ ਚੱਖਦਾ ਰਹੇ, ਖਾਂਦਾ ਰਹੇ। ਮਹਾਰਾਜ ਕਹਿੰਦੇ ਕਦੇ ਮੁੱਕਦਾ ਨਹੀਂ। ਐਸਾ ਪਰਮੇਸ਼ਰ ਦਾ ਨਾਮ ਰਸ ਹੈ। ਦੁਨੀਆ ਦੇ ਰਸ ਛਿਨ ਮਾਤਰ ਸਮੇਂ ਵਿੱਚ ਹੀ ਫਿੱਕੇ ਪੈ ਜਾਂਦੇ ਹੈ, ਪਰ ਵਾਹਿਗੁਰੂ ਦਾ ਪਰਮ ਰਸ ਕਦੇ ਮਹਾਰਾਜ ਕਹਿੰਦੇ ਮੁੱਕਦਾ ਹੀ ਨਹੀਂ। ਜੇ ਪ੍ਰਮਾਤਮਾ ਕਿਰਪਾ ਕਰਕੇ, ਤਰੁੱਠ ਕਰਕੇ, ਜੀਵ ਤੇ ਮਿਹਰਬਾਨ ਕਿਰਪਾਲੂ ਹੋ ਕਰਕੇ ਕਿਰਪਾ ਕਰ ਦੇਵੇ ਨਾ, ਸੰਸਾਰ ਦੇ ਰਸਾਂ ਕਸਾਂ ਤੋਂ ਉਪਰਾਮ ਕਰ ਦੇਵੇ, ਪਰਮਾਤਮਾ ਆਪਣਾ ਨਾਮ ਦਾ ਰਸ ਬਖਸ਼ਿਸ਼ ਕਰ ਦੇਵੇ, ਹਜੂਰ ਕਹਿੰਦੇ ਕਦੇ ਵੀ ਮੁੱਕਦਾ ਨਹੀਂ ਹੈ, ਨਾ ਕਦੇ ਘਟਦਾ ਹੈ, ਇੱਕ ਸਾਰ ਰਹਿਣ ਕਰਦਾ। ਐਸਾ ਪਰਮੇਸ਼ਰ ਦਾ ਪਰਮ ਰਸ ਹੈ। ਸੋ ਹਜੂਰ ਬਖਸ਼ਿਸ਼ ਕਰਦੇ ਹਨ, ਹੇ ਜੀਵ, ਗੁਰਮੁਖ ਹੋਵਹਿ ਤਾਂ ਹਰ ਰਸ ਪੀਵਹਿ। ਗੁਰਮੁਖ ਹੋ ਜਾਣਾ ਕਰ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਿਆ ਕਰ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕਰ ਲੈ, ਤਾਂ ਫਿਰ ਤੈਨੂੰ ਵਾਹਿਗੁਰੂ ਦਾ ਪਰਮ ਰਸ ਪ੍ਰਾਪਤ ਹੋਵੇਗਾ, ਜੋ ਜੁਗਾਂ ਜੁਗਾਂ ਤੱਕ ਕਦਾਚਿਤ ਵੀ ਮੁੱਕੇਗਾ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੱਗੀ ਅੱਖਰ ਦੁਆਰਾ, ਹੇ ਜੀਵ ਗੱਗੈ ਗੋਬਿੰਦ ਚਿਤ ਕਰ ਮੂੜੇ। ਹੇ ਮੂੜੇ ਬੇਜ ਸਮਝ ਐ ਝੱਲੇ ਜੀਵ। ਗੋ ਜੋ ਪ੍ਰਿਥਵੀ ਦੀ ਬਿੰਦ ਪਰਵਰਿਸ਼ ਕਰਨ ਵਾਲਾ ਹੈ, ਗੋ ਇੰਦਰੀਆਂ ਦੀ ਬਿੰਦ ਪਾਲਣਾ ਕਰਨ ਵਾਲਾ, ਇੰਦਰੀਆਂ ਨੂੰ ਚਲਾਉਣ ਵਾਲਾ, ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ। ਕਿਉਂਕਿ ਗੱਲੀ ਬਾਤੀ ਕਦੇ ਵੀ ਕਿਸੇ ਨੇ ਉਸ ਗੋਬਿੰਦ ਨੂੰ ਪਾਇਆ ਨਹੀਂ ਹੈ। ਪ੍ਰਿਥਵੀ ਪਾਲਕ ਪਰਮਾਤਮਾ ਨੂੰ ਗੱਲਾਂ ਬਾਤਾਂ ਦੇ ਨਾਲ ਨਾ ਹੀ ਕਿਸੇ ਨੇ ਪਾਇਆ, ਨਾ ਹੀ ਪਾ ਸਕੇਗਾ। ਜਿੰਨਾ ਮਰਜ਼ੀ ਮਨੁੱਖ ਯਤਨ ਕਰੀ ਜਾਵੇ, ਗੱਲੀ ਬਾਤੀ ਅਸਮਾਨ ਨੂੰ ਟਾਕੀਆਂ ਲਾਈ ਜਾਵੇ, ਪਰ ਮਹਾਰਾਜ ਕਹਿੰਦੇ ਸ਼ਬਦ ਦੇ ਅਭਿਆਸ ਕੀਤੇ ਬਿਨਾਂ ਕਦਾਚਿਤ ਵੀ ਨਹੀਂ ਪਾਇਆ ਜਾ ਸਕਦਾ। ਗਾਏ ਸੁਨੈ ਆਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲਓ ਨਾ ਕਮਾਈਐ। ਭਾਈ ਗੁਰਦਾਸ ਸਾਹਿਬ ਜੀ ਕਿ ਜਦੋਂ ਤੱਕ ਉਪਦੇਸ਼ ਦੀ ਕਮਾਈ ਨਹੀਂ ਕਰਦਾ, ਸ਼ਬਦ ਦਾ ਅਭਿਆਸ ਨਹੀਂ ਕਰਦਾ, ਗੱਲੀ ਬਾਤੀ ਭਾਵੇਂ ਬੜਾ ਕਹੀ ਜਾਵੇ ਕਿ ਮੇਰਾ ਤਾਂ ਮਨ ਬੜਾ ਹੀ ਇਕਾਗਰ ਹੁੰਦਾ, ਮੈਂ ਤਾਂ ਸੰਸਾਰ ਦੀ ਮੋਹ ਮਮਤਾ ਵਿੱਚ ਰਹਿੰਦਾ ਹੋਇਆ ਵੀ ਰੱਬ ਨੂੰ ਯਾਦ ਕਰਦਾ, ਪਰ ਮਹਾਰਾਜ ਕਹਿੰਦੇ ਅਭਿਆਸ ਕੀਤੇ ਤੋਂ ਬਿਨਾਂ ਕਦਾਚਿਤ ਵੀ ਨਹੀਂ ਪ੍ਰਾਪਤ ਕਰ ਸਕਦਾ। ਗੱਲੀ ਬਾਤੀ ਭਾਵੇਂ ਬੜਾ ਆਪਣੀਆਂ ਸੰਸਾਰ ਦੇ ਅੰਦਰ ਗੱਲਾਂ ਬਾਤਾਂ ਬਣਾ ਕਰਕੇ ਸੁਣਾਈ ਜਾਂਦਾ, ਪਰ ਮਹਾਰਾਜ ਕਹਿੰਦੇ ਉਪਦੇਸ਼ ਤੋਂ ਬਿਨਾਂ ਨਹੀਂ ਕਿਸੇ ਵੀ ਕਦੇ ਪਾਇਆ। ਗੱਲਾਂ ਬਾਤਾਂ ਦੇ ਨਾਲ ਨਾ ਹੀ ਪਾ ਸਕੇਗਾ। ਜਿਵੇਂ ਹਜੂਰ ਦਾ ਮੁੱਖ ਵਾਕ ਹੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ। ਮਹਾਰਾਜ ਕਹਿੰਦੇ ਧੁਰੋਂ ਜਿਨ੍ਹਾਂ ਦਾ ਪੂਰਬਲਾ ਕਰਮ ਲਿਖਿਆ ਹੁੰਦਾ, ਉਹਨਾਂ ਦੇ ਹਿਰਦੇ ਵਿੱਚ ਆ ਕੇ ਸਤਿਗੁਰੂ ਜੀ ਦਾ ਸ਼ਬਦ ਨਿਵਾਸ ਕਰ ਲੈਂਦਾ। ਪਰ ਇੱਕ ਉਹ ਵੀ ਹੈ ਸੰਸਾਰ ਦੇ ਕਰਮਾਂ ਦੇ ਮਾਰੇ ਹੋਏ ਅਭਾਗੇ ਜੀਵ, ਇੱਕ ਫਿਰ ਕਨੇਰੇ ਕਰਹਿ ਗੱਲਾਂ, ਗੱਲੇ ਕਿਨਿਆ ਨਾ ਪਾਇਆ। ਮਹਾਰਾਜ ਕਹਿੰਦੇ ਕਨੇਰੇ ਪਤਾ ਨਹੀਂ ਕਿੰਨੀ ਕੁ ਗਿਣਤੀ ਉਹਨਾਂ ਦੀ ਗੱਲਾਂ ਬਾਤਾਂ ਕਰਨ ਵਾਲਿਆਂ ਦੀ। ਇੱਕ ਫਿਰ ਕਨੇਰੇ ਕਰਹਿ ਗੱਲਾਂ, ਗੱਲੀ ਕਿਨਿਆ ਨਾ ਪਾਇਆ। ਉਹ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ, ਗੱਲੀ ਬਾਤੀ ਸਮਾਨ ਨੂੰ ਟਾਕੀਆਂ ਲਾਈ ਜਾਂਦੇ। ਉਹ ਗੱਲੀ ਬਾਤੀ ਸੱਚਖੰਡ ਵਿੱਚ ਬੈਠੇ ਹੁੰਦੇ ਕਿ ਸਾਨੂੰ ਤਾਂ ਰੱਬ ਮਿਲ ਗਿਆ, ਸਾਨੂੰ ਤਾਂ ਬ੍ਰਹਮ ਸਰੂਪ ਦੀ ਪ੍ਰਾਪਤੀ ਹੋ ਗਈ ਸੀ, ਤਾਂ ਬ੍ਰਹਮ ਗਿਆਨੀ ਬਣ ਗਏ ਹਾਂ। ਪਰ ਸਤ ਸੰਗਤ ਜੀ,
ਗੁਰੂ ਕਿਰਪਾ ਕਰਕੇ ਜਿਸ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦੇਵੇ ਨਾ, ਮਹਾਰਾਜ ਬਖਸ਼ਿਸ਼ ਕਰ ਦੇਣ, ਉਹ ਹੀ ਬ੍ਰਹਮ ਗਿਆਨੀ ਬਣ ਸਕਦਾ ਹੈ। ਗੱਲੀ ਬਾਤੀ ਨਹੀਂ ਐਸੀ ਅਵਸਥਾ ਨੂੰ ਪਾਇਆ ਜਾ ਸਕਦਾ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਗੱਗੈ ਗੋਬਿੰਦ ਚਿੱਤ ਕਰ ਮੂੜੇ, ਗੱਲੀ ਕਿਨੈ ਨਾ ਪਾਇਆ। ਇਹ ਨਿਸ਼ਚੈ ਕਰਕੇ ਜਾਣੋ ਪਾਂਦਾ ਜੀ, ਗੱਲਾਂ ਬਾਤਾਂ ਦੇ ਨਾਲ ਕਦੇ ਵੀ ਕਿਸੇ ਰੱਬ ਨੂੰ ਪਾਇਆ ਨਹੀਂ ਹੈ। ਇਸ ਕਰਕੇ ਰੱਬ ਨੂੰ ਚਿੱਤ ਕਰਕੇ ਯਾਦ ਕਰਿਆ ਕਰ। ਗੁਰ ਕੇ ਚਰਨ ਹਿਰਦੈ ਵਸਾਏ ਮੂੜੇ। ਇਹ ਮੂੜੇ ਚੱਲੇ ਜੀਵਾ, ਬੇਸਮਝ ਜੀਵਾ, ਜੇਕਰ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਵੇ, ਮਹਾਰਾਜ ਸ਼ਿਵ ਜੀ ਦੇ ਨਾਮ ਰੂਪ ਚਰਨ ਕਮਲਾਂ ਨੂੰ ਹਿਰਦੇ ਅੰਦਰ ਧਾਰਨ ਕਰ ਲਵੇ, ਪਿਛਲੇ ਗੁਨਾਹ ਸਭ ਬਖਸ਼ ਲਿਆ। ਤੇਰੇ ਪਿਛਲੇ ਕੀਤੇ ਹੋਏ ਜਿਹੜੇ ਗੁਨਾਹ ਹੈ ਨਾ, ਜਿਨ੍ਹਾਂ ਕਰਕੇ ਤੂੰ ਵੱਡਾ ਗੁਨਾਹਗਾਰ ਰੱਬ ਦੀਆਂ ਨਜ਼ਰਾਂ ਵਿੱਚ ਹੈ, ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਤੂੰ ਬਹੁਤ ਵੱਡਾ ਗੁਨਾਹਗਾਰ, ਜਿਨ੍ਹਾਂ ਗੁਨਾਹਾਂ ਦੇ ਕਾਰਨ ਕਰਕੇ, ਜਿਨ੍ਹਾਂ ਖੋਟੇ ਕਰਮਾਂ ਪਾਪ ਕਰਮਾਂ ਦੇ ਕਾਰਨ ਕਰਕੇ ਤੂੰ ਵੱਡਾ ਗੁਨਾਹਗਾਰ ਹੈ, ਵੱਡਾ ਅਪਰਾਧੀ ਹੈ। ਮਹਾਰਾਜ ਕਹਿੰਦੇ ਪਿਛਲੇ ਗੁਨਾਹ ਸਭ ਬਖਸ਼ ਲਏ, ਸਾਰੇ ਬਖਸ਼ੇ ਗਏ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਵਸ ਗਿਆ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਸ਼ਬਦ ਹਿਰਦੇ ਅੰਦਰ ਪਰਪੱਕ ਕਰ ਲਿਆ। ਪੂਰਬਲੇ ਜਿੰਨੇ ਵੀ ਕੀਤੇ ਹੋਏ ਮਾੜੇ ਕਰਮ ਪਾਪ ਕਰਮ ਹੈ, ਮਹਾਰਾਜ ਸਾਹਿਬ ਜੀ ਨੇ ਸਾਰੇ ਦੇ ਸਾਰੇ ਨਾਸ਼ ਕਰ ਦਿੱਤੇ ਹਨ। ਜਿਵੇਂ ਜਦੋਂ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹੈ ਨਾ, ਸਾਧ ਸੰਗਤ ਜੀ ਪੰਜਾਂ ਪਿਆਰਿਆਂ ਵੱਲੋਂ ਰਹਿਤ ਮਰਜ਼ਾਦਾ ਦ੍ਰਿੜ ਕਰਵਾਈ ਜਾਂਦੀ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਯਾਦ ਹੋਵੇਗਾ, ਪੰਜ ਪਿਆਰੇ ਸਹਿਬਾਨ ਸਤਿਗੁਰੂ ਜੀ ਦਾ ਸਵਰੂਪ ਇਹ ਮਰਜ਼ਾਦਾ ਸੁਣਾ ਰਹੇ ਹੁੰਦੇ ਆ। ਖਾਲਸਾ ਜੀ, ਤੁਹਾਡਾ ਅੱਜ ਗੁਰੂ ਘਰ ਦੇ ਵੀ ਜਨਮ ਹੋਇਆ ਹੈ। ਪੂਰਬਲੇ ਤੁਹਾਡੇ ਕੀਤੇ ਹੋਏ ਜਿਹੜੇ ਮਾੜੇ ਕਰਮ ਹੈ, ਉਹ ਸਭ ਮਾਫ ਕੀਤੇ, ਅੱਗੋਂ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨਾ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰੂ ਘਰ ਦੀ ਵਡਿਆਈ ਹੈ। ਜੋ ਗੁਰੂ ਵਾਲਾ ਬਣ ਜਾਂਦਾ, ਮਹਾਰਾਜ ਜੀ ਦਾ ਉਪਦੇਸ਼ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ। ਸਤਿਗੁਰੂ ਜੀ ਕਹਿੰਦੇ ਪਿਛਲੇ ਗੁਨਾਹ ਸਭ ਬਖਸ਼ ਲਏ ਆ। ਪੂਰਬਲੇ ਕੀਤੇ ਹੋਏ ਜਿਹੜੇ ਗੁਨਾਹ ਪਾਪ ਕਰਮ ਸਤਿਗੁਰੂ ਜੀ ਸਾਰੇ ਉਹਨਾਂ ਦੇ ਬਖਸ਼ ਲੈਂਦੇ ਆ। ਮਹਾਰਾਜ ਅੱਗੇ ਤੋਂ ਸਿੱਧੇ ਰਸਤੇ ਤੇ ਜੀਵ ਨੂੰ ਪਾ ਦਿੰਦੇ ਹਨ। ਹਾਹੀ ਅੱਖਰ ਦੁਆਰਾ ਮਹਾਰਾਜ ਬਖਸ਼ਿਸ਼ ਕਰਦੇ ਨੇ। ਹੇ ਜੀਵ, ਹਰੀ ਦੀ ਕਥਾ, ਅਕਾਲ ਪੁਰਖ ਪਰਮਾਤਮਾ ਜੀ ਦੀ ਕਥਾ ਨੂੰ ਬੂਝ ਸਮਝਣਾ ਕਰ ਕਿ ਸਭ ਤੋਂ ਉੱਤਮ ਹੈ। ਸਭ ਤੇ ਉੱਤਮ ਹਰ ਕੀ ਕਥਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਪਰਮ ਹੈ। ਸਾਧ ਸੰਗਤ ਜੀ, ਗੁਰਬਾਣੀ ਪੜ੍ਹਨੀ ਜਾਂ ਗੁਰਬਾਣੀ ਸੁਣਨੀ ਬੜਾ ਵੱਡਾ ਮਹਾਤਮ ਹੈ। ਕੀਰਤਨ ਕਰ ਲੈਣਾ ਜਾਂ ਪਿਆਰ ਦੇ ਨਾਲ ਸਰਵਣ ਕਰ ਲੈਣਾ ਬਹੁਤ ਵੱਡਾ ਲਾਹਾ ਹੈ। ਪਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਨੀ ਜਾਂ ਪ੍ਰੀਤ ਰੂਪ ਰਸਨਾ ਦੇ ਨਾਲ ਗਾ ਲੈਣੀ, ਇਹ ਸਭ ਤੋਂ ਉੱਤਮ ਲਾਹਾ ਹੈ। ਜੋ ਮਹਿੰਗੇ ਸ਼ਬਦਾਂ ਦੇ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਉਪਦੇਸ਼ ਦੀ ਸਮਝ ਪੈ ਜਾਂਦੀ ਹੈ, ਜਦੋਂ ਅਰਥਾਂ ਦੀ ਵਿਚਾਰ ਹੁੰਦੀ ਹੈ, ਤਾਂ ਮਹਾਰਾਜ ਤਾਂ ਹੀ ਹਜੂਰ ਕਹਿੰਦੇ ਨੇ ਸਭ ਤੋਂ ਉੱਤਮ ਹਰ ਕੀ ਕਥਾ। ਹਜੂਰ ਨੇ ਕਥਾ ਦੀ ਵਡਿਆਈ ਦੇ ਬੜੇ ਬਚਨ ਕਹੇ ਹਨ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਦੁੱਖ ਪਾਪ ਕਰਮ ਉਹਦੇ ਨੇੜੇ ਨਹੀਂ ਆਉਂਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਿਆਰੀ ਕਥਾ ਸਰਵਣ ਕਰਦਾ ਹੈ। ਔਰ ਸੁਣ ਹਰ ਕਥਾ ਉਤਾਰੀ ਮੈਲ, ਭਏ ਪੁਨੀਤ। ਮਹਾਰਾਜ ਕਹਿੰਦੇ ਪਵਿੱਤਰ ਹੋ ਗਏ ਹਨ ਜਿਨ੍ਹਾਂ ਨੇ ਮਹਾਰਾਜ ਜੀ ਦੀ ਕਥਾ ਸੁਣੀ ਹੈ, ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਨਾਲ ਚਿੱਤ ਬਿਰਤੀ ਨੂੰ ਜੋੜਿਆ ਹੈ। ਔਰ ਇਸ ਕਰਕੇ ਹਜੂਰ ਉਪਦੇਸ਼ ਦਿੰਦੇ ਨੇ, ਹਾ ਹੈ ਹਰ ਕਥਾ ਬੂਝ ਤੋਂ ਮੂੜੇ। ਇਹ ਮੂੜੇ ਬੇਸਮਝ ਚੱਲੇ ਜੀਵ, ਵਾਹਿਗੁਰੂ ਜੀ ਦੀ ਕਥਾ ਨੂੰ ਬੁੱਝ ਜਾਣ, ਨਿਸ਼ਚੈ ਕਰਕੇ ਜਾਣ ਕਿ ਸਭ ਤੋਂ ਉੱਤਮ ਹੈ। ਸਦਾ ਸੁਖ ਹੋਈ, ਤਾਂ ਫਿਰ ਸਦੀਵੀ ਸੁਖ ਤੈਨੂੰ ਪ੍ਰਾਪਤ ਹੋ ਜਾਵੇਗਾ। ਸਦਾ ਰਹਿਣ ਵਾਲਾ ਸੁਖ ਸਰੂਪ ਪਰਮਾਤਮਾ ਤੈਨੂੰ ਮਿਲੇਗਾ, ਤਾਂ ਸਦੀਵੀ ਸੁਖ ਤੈਨੂੰ ਹੋ ਜਾਵੇਗਾ ਜੇ ਮਹਾਰਾਜ ਜੀ ਦੀ ਕਥਾ ਨੂੰ ਸੁਣ ਕਰਕੇ ਜੀਵਨ ਵਿੱਚ ਧਾਰਨ ਕਰ ਲਵੇ। ਜੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਜ਼ਿੰਦਗੀ ਵਿੱਚ ਧਾਰਨ ਕਰ ਲਵੇ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾ ਲੈਣਾ ਕਰੇਗਾ। ਮਨ ਮੁਖ ਪੜ੍ਹੇ ਤੇਤਾ ਦੁਖ ਲਾਗੈ। ਤੇ ਜਿੰਨੇ ਕੋਈ ਮਨਮੁਖਤਾ ਵਾਲੀ ਪੜ੍ਹਾਈ ਪੜ੍ਹਦਾ,
ਭਾਵ ਔਗਣਾ ਭਰੀ ਪੜ੍ਹਾਈ ਜਿਹੜੀ ਪੜ੍ਹਨਾ ਕਰਦਾ ਹੈ, ਤੇ ਤਾਂ ਦੁੱਖ ਲੱਗੈ। ਜਿੰਨੀ ਜ਼ਿਆਦਾ ਮਨਮੁਖਤਾ ਕਰਕੇ ਭਾਵ ਵਿਦਿਆ ਪੜ੍ਹ ਕੇ ਮਾਣ ਕਰਦਾ ਹੈ, ਹੰਕਾਰ ਕਰਦਾ, ਤੇ ਤਾਂ ਦੁੱਖ ਲੱਗੈ, ਓਨੇ ਜ਼ਿਆਦਾ ਉਹ ਜੀਵ ਨੂੰ ਦੁੱਖ ਲੱਗਦੇ ਹਨ, ਓਨਾ ਜ਼ਿਆਦਾ ਉਹ ਦੁਖਿਆਰਾ ਹੋ ਜਾਂਦਾ ਹੈ, ਦੁਖੀ ਹੁੰਦਾ ਹੈ। ਬਿਨ ਸਤਿਗੁਰ ਮੁਕਤ ਨਾ ਹੋਈ। ਤੇ ਫਿਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਉਹਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਉਹ ਮੁਕਤ ਹੋ ਹੀ ਨਹੀਂ ਸਕਦਾ ਜੇ ਸਤਿਗੁਰੂ ਜੀ ਦਾ ਆਸਰਾ ਨਹੀਂ ਲੈਂਦਾ, ਜੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਓਟ ਆਸਰਾ ਨਹੀਂ ਲੈਂਦਾ। ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਤੋਂ ਬਿਨਾਂ ਉਹ ਕਦੇ ਮੁਕਤ ਹੋ ਹੀ ਨਹੀਂ ਸਕਦਾ। ਜਿਵੇਂ ਸਾਧ ਸੰਗਤ ਜੀ ਕਾਂਚੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਸਨ। ਜਿਹੜਾ ਗੋਪਾਲ ਦਰ ਦਾ ਦਾਦਾ ਸੀ ਨਾ, ਬਿਸ਼ਨ ਦੱਤ ਮਰ ਕੇ ਕੁੱਤੇ ਦੀ ਜੂਨ ਦੇ ਵਿੱਚ ਪਿਆ ਸੀ, ਤੇ ਮਰੇ ਹੋਏ ਨੂੰ ਜਿਉਂਦਿਆਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦਾ ਉਧਾਰ ਕੀਤਾ ਸੀ। ਦੇਖ ਲਓ ਕਿੰਨਾ ਵੱਡਾ ਵਿਦਵਾਨ ਸੀ। ਕਾਂਸ਼ੀ ਵਿੱਚ ਕੋਈ ਵੀ ਵਿਦਵਾਨ, ਕੋਈ ਪੰਡਿਤ ਜਾਂਦਾ ਉਹਨੂੰ ਹਰਾ ਕੇ ਉਹਦੇ ਗ੍ਰੰਥ ਖੋਹ ਲੈਂਦਾ ਸੀ। ਬੜਾ ਵੱਡਾ ਉੱਚ ਕੋਟੀ ਦਾ ਵਿਦਵਾਨ ਸੀ, ਪਰ ਵਿਦਵਤਾ ਦੇ ਨਾਲ ਨਾਲ ਮਨ ਵਿੱਚ ਹੰਕਾਰ ਵੀ ਡਾਢਾ ਸੀ। ਬੜਾ ਭਾਰਾ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਵਿਦਵਾਨ ਹੀ ਨਹੀਂ ਹੈ, ਤੇ ਬੜਾ ਬੜਾ ਭਾਰ ਊਠਾਂ 'ਤੇ ਉਹਨੇ ਗ੍ਰੰਥਾਂ ਦਾ ਲੱਦਿਆ ਹੁੰਦਾ, ਜਿਹੜੇ ਹੋਰ ਵਿਦਵਾਨਾਂ ਨੂੰ ਹਰਾ ਕੇ ਤੇ ਉਹਨਾਂ ਤੋਂ ਗ੍ਰੰਥ ਖੋਏ ਸਨ। ਤੇ ਫਿਰ ਆਖਰਕਾਰ ਹੰਕਾਰ ਕਰਕੇ ਸਾਧ ਸੰਗਤ ਜੀ ਕੁੱਤੇ ਦੀ ਜੂਨ ਵਿੱਚ ਪਿਆ ਸੀ। ਕਿਸੇ ਮਹਾਤਮਾ ਨੂੰ ਪਰੇਸ਼ਾਨ ਕਰਦਾ ਸੀ, ਤੇ ਉਹਨੇ ਕਿਹਾ ਕਿ ਤੂੰ ਬਾਰ-ਬਾਰ ਕੁੱਤੇ ਵਾਂਗ ਐਵੇਂ ਤੂੰ ਰਵਲਾ ਹੀ ਪਾਈ ਜਾਂਦਾ, ਭੌਂਕੀ ਜਾਂਦਾ, ਇਹ ਕੁੱਤਾ ਬਣਨਾ ਪਵੇਗਾ ਤੈਨੂੰ। ਫਿਰ ਉਹ ਕੁੱਤੇ ਦੀ ਜੂਨ ਦੇ ਵਿੱਚ ਪਿਆ ਸੀਗਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਦੇਖੋ ਉਹਨੂੰ ਮੁਕਤ ਕੀਤਾ। ਜਦੋਂ ਕਾਂਚੀ ਵਿੱਚ ਗਏ ਨਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹੋ ਹੀ ਹਾਲ ਅੱਗੇ ਉਹਦੇ ਪੋਤੇ ਦਾ ਗੋਪਾਲ ਦਾ ਸਾਧ ਸੰਗਤ ਜੀ ਪੰਡਿਤ ਦਾ ਸੀਗਾ। ਉਹ ਹਾਲ, ਵਿਦਿਆ ਬੜੀ ਪੜ੍ਹੀ, ਬੜਾ ਵੱਡਾ ਵਿਦਵਾਨ ਸੀ, ਤੇ ਪਹਿਲਾਂ ਦੀ ਤਰ੍ਹਾਂ ਹੀ ਮਨ ਵਿੱਚ, ਉਹਦੇ ਦਾਦੇ ਦੀ ਤਰ੍ਹਾਂ ਹੀ ਮਨ ਵਿੱਚ ਹੰਕਾਰ ਸੀਗਾ। ਤੇ ਜਦੋਂ ਸਤਿਗੁਰੂ ਜੀ ਦੇ ਨਾਲ ਚਰਚਾ ਕਰਨ ਵਾਸਤੇ ਬਾਰ-ਬਾਰ ਇਹੋ ਜਿੱਦ ਕੀਤੀ ਹੈ, ਤੇ ਮਹਾਰਾਜ ਕਹਿੰਦੇ ਅਸੀਂ ਕੀ ਚਰਚਾ ਕਰਨੀ ਹੈ। ਜਦੋਂ ਨਹੀਂ ਟਲਿਆ ਤੇ ਕਹਿੰਦੇ ਕਿ ਜੇ ਚਰਚਾ ਕਰਨੀ ਹੈ ਤੇ ਕੂਕਰ ਦੇ ਨਾਲ ਕਰ। ਤੇ ਉਹਨੂੰ ਕਹਿੰਦੇ ਉੱਠ ਤੇਰੇ ਭਾਈ ਆਏ ਹੈ। ਤੇ ਬੜਾ ਹੈਰਾਨ ਹੋਇਆ ਸੀ ਕਿ ਮੈਂ ਸਾਨੂੰ ਕੁੱਤੇ ਦੇ ਭਾਈ ਬਣਾ ਦਿੱਤਾ। ਤੇ ਮਹਾਰਾਜ ਜੀ ਨੇ ਫਿਰ ਸਾਰੀ ਖੇਡ ਉਹਨੂੰ ਦੱਸ ਦਿੱਤੀ, ਜੋ ਉਹਦਾ ਬਿਸ਼ਨ ਦੱਤ ਦਾਦਾ ਸੀ, ਉਹਦੇ ਪ੍ਰਕਾਸ਼ ਵਾਲੀ ਦੇਹੀ ਨੇ ਆਪ ਹੀ ਕਹਿ ਕਰਕੇ ਸੁਣਾ ਦਿੱਤਾ ਕਿ ਮੇਰੇ ਮਨ ਵਿੱਚ ਬੜਾ ਹੰਕਾਰ ਸੀ ਵਿਦਿਆ ਦਾ, ਇਸ ਲਈ ਤੂੰ ਨਾ ਹੁਣ ਮਾਣ ਕਰ, ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲੈ। ਤੇ ਹਜੂਰ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵਾ, ਮਨਮੁਖ ਪੜ੍ਹੇ ਤੇ ਤਾਂ ਦੁੱਖ ਲੱਗੈ। ਜਿਵੇਂ ਜਿਵੇਂ ਮਨਮੁਖ ਬੰਦਾ ਵਿਦਿਆ ਪੜ੍ਹਦਾ, ਉਹਦਾ ਹੰਕਾਰ ਕਰਦਾ ਨੂੰ ਓਨਾ ਜ਼ਿਆਦਾ ਦੁੱਖ ਲੱਗਦਾ ਹੈ। ਫਿਰ ਅਗਲਾ ਬਚਨ ਹੈ ਹਜੂਰ ਦਾ, ਬਿਨ ਸਤਿਗੁਰ ਮੁਕਤ ਨਾ ਹੋਈ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕੋਈ ਮੁਕਤ ਨਹੀਂ ਜੀਵਤ ਪ੍ਰਾਪਤ ਕਰ ਸਕਦਾ। ਕਿਸੇ ਵੀ ਦਰ ਤੋਂ ਕਿਸੇ ਥਾਂ 'ਤੇ ਜਾ ਕਰਕੇ ਵੀ ਮੁਕਤ ਨਹੀਂ ਹੋ ਸਕਦਾ, ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈ ਨਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਫੇਰ ਵੀ ਜੀਵ ਦਾ ਭਲਾ ਕਰਦੇ ਹਨ। ਰਾਮ ਚਿਤ ਕਰ ਮੂੜੇ। ਰਾਰੇ ਅੱਖਰ ਦੁਆਰਾ ਮਹਾਰਾਜ ਫਰਮਾਉਂਦੇ ਹੈ, ਹੇ ਮੂੜੇ ਬੇਜ ਸਮਝ ਜੀਵਾ, ਰਾਮ ਨੂੰ ਚੇਤੇ ਕਰਿਆ ਕਰ, ਰਮੰਤੀ ਪਰਮਾਤਮਾ ਨੂੰ, ਜੋ ਸਭ ਥਾਵਾਂ 'ਤੇ ਰਮਿਆ ਹੈ, ਜਿਸ ਨੂੰ ਸਰਬ ਵਿਆਪਕ ਕਿਹਾ ਜਾਂਦਾ ਹੈ। ਐਸੇ ਪਰਮਾਤਮਾ ਨੂੰ ਚਿਤ ਕਰਕੇ ਚੇਤੇ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਉਹ ਪਰਮਾਤਮਾ ਵਰਤ ਰਿਹਾ ਹੈ, ਪਰਮਾਤਮਾ ਸਾਖਸ਼ਾਤ ਹੋ ਗਿਆ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਨੂੰ ਪਹਿਚਾਣ ਲਿਆ, ਵਾਹਿਗੁਰੂ ਜੀ ਦੇ ਸਰੂਪ ਦੀ ਪਹਿਚਾਣ ਕਰ ਲਈ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰਗੁਣ ਸਰੂਪ ਹੈ, ਜਿਸ ਦਾ ਕੋਈ ਗੁਣ ਚੱਕਰ ਚਿਹਨ ਜਾਤ ਪਾਤ ਕੁਝ ਵੀ ਕਥਿਆ ਨਹੀਂ ਜਾ ਸਕਦਾ, ਐਸਾ ਨਿਰਾਕਾਰ ਜੋ ਪਰਮਾਤਮਾ ਜੀ ਦਾ ਸਵਰੂਪ ਹੈ, ਤਿਨਾਂ ਨੇ ਗੁਰੂ ਕਿਰਪਾ ਦੁਆਰਾ ਬੁੱਝ ਲਿਆ ਹੈ, ਸਮਝ ਲਿਆ ਹੈ ਕਿ ਪਰਮਾਤਮਾ ਤੂੰ ਸਭ ਘਾਟਾਂ ਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਤਿਨਾਂ ਬ੍ਰਹਮ ਬੇਤਿਆਂ ਨੇ ਵਾਹਿਗੁਰੂ ਜੀ ਦੇ ਸਰੂਪ ਨੂੰ ਬੁੱਝਿਆ ਹੈ। ਤੇਰਾ ਅੰਤ ਨਾ ਜਾਈ ਲਖਿਆ। ਹੇ ਪਰਮਾਤਮਾ,
ਆਪ ਜੀ ਦੇ ਸਰੂਪ ਦਾ ਅੰਤ ਨਹੀਂ ਲਖਿਆ ਜਾ ਸਕਦਾ, ਕੋਈ ਜਾਣ ਹੀ ਨਹੀਂ ਸਕਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਧ ਸੰਗਤ ਜੀ ਇੱਥੋਂ ਤੱਕ ਇਹ ਬਾਣੀ ਉਚਾਰਨ ਕੀਤੀ ਹੈ ਨਾ, ਫਿਰ ਜਿਹੜਾ ਪਾਂਧਾ ਸੀ ਨਾ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ, ਜਿਹੜਾ ਰਿਸ਼ਵਤ ਲੈਂਦਾ ਸੀ, ਕਦੇ ਲੜਕੀ ਵਾਲਿਆਂ ਦੇ ਪਾਸੋਂ ਕਦੇ ਲੜਕੇ ਵਾਲਿਆਂ ਦੇ ਪਾਸੋਂ, ਰਿਸ਼ਤੇ ਵੀ ਆਪ ਕਰਾਉਂਦਾ ਸੀ। ਜਿੱਥੇ ਵਿਦਿਆ ਪੜ੍ਹਾਉਂਦਾ ਸੀ ਬੱਚਿਆਂ ਨੂੰ, ਤੇ ਨਾਲ ਨਾਲ ਰਿਸ਼ਤੇ ਵੀ ਕਰਾਉਣੇ। ਤੇ ਸਾਧ ਸੰਗਤ ਹਰ ਕੋਈ ਉਸੇ ਦੀ ਮੰਨਿਆ ਕਰਦਾ ਸੀਗਾ। ਜੋ ਉਹਨੇ ਕਹਿ ਦਿੱਤਾ ਉਹਨੂੰ ਸੱਤ ਮੰਨ ਲੈਣਾ। ਸਭ ਕੁਝ ਜੋ ਸਮੇਂ ਦੇ ਰਿਵਾਜ ਤੋਂ ਉਹਨਾਂ ਦੇ ਹੱਥਾਂ ਵਿੱਚ ਸੀਗਾ। ਤੇ ਮਹਾਰਾਜ ਸਾਹਿਬ ਜੀ ਦਾ ਫਿਰ ਉਪਦੇਸ਼ ਸੁਣ ਕਰਕੇ ਨਾ ਚਰਨਾਂ ਤੇ ਸੀਸ ਰੱਖਿਆ, ਹੱਥ ਜੋੜ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਮੇਰੀ ਮਹਾਰਾਜ ਭੁੱਲ ਨੂੰ ਬਖਸ਼ ਲਓ। ਜੋ ਮੈਨੂੰ ਮੇਰੇ ਮਹਾਰਾਜ ਝੂਠ ਬੋਲ ਕਰਕੇ ਜਿਹੜੇ ਮੈਂ ਪੈਸੇ ਅਗਰਾਉਂਦਾ ਰਿਹਾ, ਉਹ ਮੈਨੂੰ ਖਿਮਾ ਕਰ ਦੇਵੋ, ਮੇਰੇ ਗੁਨਾਹ ਕਿਰਪਾ ਕਰਕੇ ਬਖਸ਼ ਲਓ। ਅੱਗੇ ਤੋਂ ਮੈਂ ਕਦਾਚਿਤ ਵੀ ਮਹਾਰਾਜ ਜਿਹੜੇ ਕਿਸੇ ਦੀ ਧੀ ਦੇ ਪੈਸੇ ਲੈ ਕਰਕੇ ਨਹੀਂ ਖਾਵਾਂਗਾ। ਸਭ ਨੂੰ ਮਹਾਰਾਜ ਪਰਾਈ ਦੀ ਧੀ ਵੀ ਆਪਣੀ ਧੀ ਜਾਣ ਕਰਕੇ ਮਹਾਰਾਜ ਮੈਂ ਉਹਨਾਂ ਦਾ ਰਿਸ਼ਤਾ ਕਰਾਇਆ ਕਰਾਂਗਾ। ਅੱਗੇ ਤੋਂ ਤੋਬਾ ਕੀਤੀ ਤੇ ਮਹਾਰਾਜ ਜੀ ਨੇ ਫਿਰ ਉਪਦੇਸ਼ ਦਿੱਤਾ ਸੀ। ਫਿਰ ਇਹ ਅਖੀਰਲਾ ਮਹਾਰਾਜ ਸਾਹਿਬ ਜੀ ਨੇ ਜਿਹੜੀ ਅਖੀਰਲੀ ਪੌੜੀ ਉਚਾਰਨ ਕੀਤੀ ਸੀ, ਤੇਰਾ ਅੰਤ ਨਾ ਜਾਈ ਲਖਿਆ। ਹਜੂਰ ਕਹਿੰਦੇ ਹੈ ਪ੍ਰਮਾਤਮਾ ਤੇਰੇ ਸਰੂਪ ਦਾ ਅੰਤ ਨਹੀਂ ਲਖਿਆ ਜਾ ਸਕਦਾ। हे ਪ੍ਰਮਾਤਮਾ ਆਪ ਜੀ ਦੇ ਸਰੂਪ ਦਾ ਅੰਤ ਕੌਣ ਪਾ ਸਕਦਾ ਹੈ? ਅਕਥ ਨਾ ਜਾਈ ਹਰ ਕਥਿਆ। ਕਿਉਂਕਿ ਪ੍ਰਮਾਤਮਾ ਹੈ ਹੀ ਅਕਥ ਸਰੂਪ ਹੈ, ਫਿਰ ਕਿਵੇਂ ਕੋਈ ਕਥਨ ਕਰ ਲਵੇਗਾ? ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। 1 ਕਰੋੜ ਨਹੀਂ, ਪਤਾ ਨਹੀਂ ਕਿੰਨੇ ਕੁ ਕਰੋੜਾਂ ਇਸ ਸੰਸਾਰ ਦੇ ਅੰਦਰ ਕਥਨ ਕਰ ਕਰਕੇ ਥੱਕ ਹਾਰ ਗਏ ਨੇ, ਪਰ ਅਕਥ ਸਰੂਪ ਨੂੰ ਕੋਈ ਕਥਨ ਨਹੀਂ ਕਰ ਸਕਿਆ। ਐਸਾ ਉਹ ਪਰਮਾਤਮਾ ਮਹਾਰਾਜ ਕਹਿੰਦੇ ਉਹਦੀਆਂ ਸਿਫਤਾਂ ਦਾ ਨਹੀਂ ਕੋਈ ਅੰਤ ਪੈਂਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਉਹ ਰੱਬ ਦਾ ਕਿਸੇ ਪੱਖ ਤੋਂ ਵੀ ਕੋਈ ਅੰਤ ਨਹੀਂ ਪਾ ਸਕਦਾ। ਦਾਤਾਂ ਕਿਵੇਂ ਦਿੰਦਾ, ਕਿਵੇਂ ਲੈਂਦਾ, ਕਿਵੇਂ ਜੀਵਾਂ ਦਾ ਭਲਾ ਕਰਦਾ, ਕਿਵੇਂ ਸੁੱਖ ਦੁੱਖ ਸੰਸਾਰ ਦੇ ਜੀਵਾਂ ਨੂੰ ਪ੍ਰਦਾਨ ਕਰਦਾ, ਸਿਵੇਂ ਸਾਰਿਆਂ ਦੀ ਪਰਵਰਿਸ਼ ਕਰੀ ਜਾਂਦਾ। ਕਿਸੇ ਪੱਖ ਤੋਂ ਵੀ ਕੋਈ ਅੰਤ ਨਹੀਂ ਪਾ ਸਕਦਾ, ਕੋਈ ਕਥਨ ਕਰ ਹੀ ਨਹੀਂ ਸਕਦਾ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਅਕਥ ਨਾ ਜਾਈ ਹਰ ਕਥਿਆ। हे ਵਾਹਿਗੁਰੂ ਆਪ ਜੀ ਦਾ ਸਰੂਪ ਅਕਥ ਹੈ, ਕਥਨ ਕੀਤਾ ਹੀ ਨਹੀਂ ਜਾ ਸਕਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ। ਸਤਿਗੁਰੂ ਜੀ ਇਹ ਪੱਟੀ ਨਾਮੇ ਬਾਣੀ ਦੀ ਸਮਾਪਤੀ ਕਰਦੇ ਹੋਏ ਉਚਾਰਨ ਕਰ ਰਹੇ ਆ, हे ਪਾਂਧਾ ਜੀ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲ ਗਏ ਹੈ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ, ਜਿਨ ਕਾ ਲੇਖਾ ਨਿਬੜਿਆ। ਤਿਨਾਂ ਦੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਦੇ ਲੇਖ ਨਿਬੜ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਲੇਖੇ ਨਿਬੇੜ ਦਿੱਤੇ ਆ, ਕੱਟ ਦਿੱਤੇ ਆ। ਗਰੀਬ ਨਵਾਜ ਸਤਿਗੁਰਾਂ ਨੇ ਸੁਪਨੇ ਵਿੱਚ ਹੀ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੇ ਲੇਖਾਂ ਨੂੰ ਭੁਗਤਾ ਦਿੱਤਾ, ਕਰਮਾਂ ਨੂੰ ਭੁਗਤਾ ਦਿੱਤਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਸਾਧ ਸੰਗਤ ਜੀ ਭਾਈ ਸ਼ਮੀਰ ਜੀ ਹੋਏ ਆ ਨਾ, ਭਾਵੇਂ ਹਿੰਦੂ ਪਰਿਵਾਰ ਦੇ ਵਿੱਚੋਂ ਸਨ, ਇਹਨਾਂ ਦੇ ਪਰਿਵਾਰ ਵਾਲੇ ਸੁਲਤਾਨੀ ਪੀਰ ਦੀ ਸਾਧ ਸੰਗਤ ਜੀ ਪੂਜਾ ਕਰਿਆ ਕਰਦੇ ਸਨ, ਪਰ ਭਾਈ ਸ਼ਮੀਰ ਜੀ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਸਨ। ਬਾਕੀ ਸਾਰਾ ਪਰਿਵਾਰ ਇੱਕ ਪਾਸੇ ਤੇ ਭਾਈ ਸ਼ਮੀਰ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਚਿੱਤ ਨੂੰ ਜੋੜ ਕੇ ਰੱਖਿਆ ਕਰਦੇ। ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ ਸੀ ਤੇ ਹਜ਼ੂਰ ਦੇ ਚਰਨਾਂ ਦੀ ਬੜੇ ਪਿਆਰ ਦੇ ਨਾਲ ਸੇਵਾ ਕਰਿਆ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਨੇ ਤਰੁੱਟ ਕਰਕੇ ਬਚਨ ਕੀਤਾ, ਭਾਈ ਸ਼ਮੀਰ ਮੰਗ ਲੈ ਜੋ ਤੇਰੇ ਮਨ ਦੀ ਇੱਛਾ ਹੈ ਤੇ ਜੋ ਵੀ ਤੇਰੇ ਚਿੱਤ ਦੀ ਚਾਹਤ ਹੈ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੋਰ ਕੋਈ ਮੇਰੇ ਮਨ ਦੀ ਚਾਹਤ ਨਹੀਂ ਹੈ, ਕਿਰਪਾ ਕਰੋ 84 ਦੇ ਗੇੜੇ ਵਿੱਚ ਪੈਣੇ ਤੋਂ ਮਹਾਰਾਜ ਮੈਨੂੰ ਬਚਾ ਲਓ। ਜਮਾਂ ਦੇ ਵਸ ਨਾ ਕਿਤੇ ਪੈ ਜਾਵਾਂ, ਦੁਬਾਰਾ ਮਹਾਰਾਜ ਸੰਸਾਰ ਅੰਦਰ ਜਨਮ ਨਾ ਧਾਰਨ ਕਰਨਾ ਪਵੇ, ਇਹੋ ਮੇਰੇ ਅੰਦਰ ਦੀ ਇੱਛਾ ਹੈ। ਤੇ ਮਹਾਰਾਜ ਟਾਲ ਦਿੱਤਾ। ਤੇ ਫੇਰ ਕਹਿਣ ਲੱਗਾ ਦੁਬਾਰਾ, ਜਦੋਂ ਪੁੱਛਿਆ ਕੁਝ ਦਿਨਾਂ ਬਾਅਦ, ਕਹਿੰਦਾ ਮਹਾਰਾਜ ਇਹੋ ਹੀ ਮੇਰੀ ਇੱਛਾ ਹੈ। 2-3 ਵਾਰ ਸਤਿਗੁਰੂ ਜੀ ਨੇ ਜਦੋਂ ਪੁੱਛਿਆ ਕੁਝ ਦਿਨਾਂ ਦੇ ਬਾਅਦ, ਇਹੋ ਹੀ ਮਹਾਰਾਜ ਇੱਛਾ ਹੈ।
ਹਜੂਰ ਨੇ ਤੀਬਰ ਇੱਛਾ ਜਾਣ ਕਰਕੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਠੀਕ ਹੈ ਫਿਰ ਕੱਲ੍ਹ ਨੂੰ ਸਾਡੀ ਸ਼ਰਨ ਦੇ ਵਿੱਚ ਚੱਲ ਕਰਕੇ ਆਉਣਾ, ਸਜੇ ਹੋ ਦੀਵਾਨ ਦੇ ਵਿੱਚ ਆਵਣਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹੀ ਦਾ ਵਚਨ ਮੰਨਿਆ। ਰਾਤ ਜਦੋਂ ਭਾਈ ਸ਼ਮੀਰ ਜਾਗ ਕਰਕੇ ਵਿਸ਼ਰਾਮ ਕਰ ਰਿਹਾ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਇੰਨੇ ਭੈੜੇ ਸੁਪਨੇ ਆਏ ਕਿ ਕਦੇ ਸੱਪਾਂ ਦੇ ਜੂਨਾਂ ਵੀ ਜਨਮ ਲੈ ਲੈਂਦਾ, ਮਰ ਜਾਂਦਾ, ਕਦੇ ਠੂਹਿਆਂ ਦੇ, ਕੀੜੇ ਮਕੌੜਿਆਂ ਦੇ, ਹਾਥੀਆਂ ਪਤੰਗਿਆਂ ਦੇ, ਬੜੇ ਬੜੇ ਜ਼ਹਿਰੀਲੇ ਜੀਵਾਂ ਦੀਆਂ ਜੂਨਾਂ ਧਾਰਨ ਕਰ ਰਿਹਾ ਹੁੰਦਾ ਸੁਪਨੇ ਦੇ ਵਿੱਚ ਹੀ। ਤੇ ਬੜੀ ਹੈਰਾਨਗੀ ਹੁੰਦੀ, ਤਬਕ ਕਰਕੇ ਪੈਂਦਾ। ਤੇ ਜਦੋਂ ਸਵੇਰੇ ਦੀਵਾਨ ਸਜਿਆ ਸੀ ਨਾ, ਤੇ ਮਹਾਰਾਜ ਜੀ ਦੇ ਹਜੂਰ ਸਨਮੁਖ ਹੋ ਕਰਕੇ ਆ ਕੇ ਬੇਨਤੀ ਕੀਤੀ, ਹੇ ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਬੜੇ ਭਿਆਨਕ ਰਾਤ ਸੁਪਨੇ ਆਉਂਦੇ ਰਹੇ ਨੇ, ਇਹਦਾ ਕੀ ਕਾਰਨ ਹੈ? ਕੈਸਾ ਕੌਤਕ ਹੋਇਆ ਮੇਰੇ ਨਾਲ? ਤੁਸੀਂ ਕਹਿੰਦੇ ਮਹਾਰਾਜ ਤੇਰੇ ਤੇ ਕਿਰਪਾ ਕਰਨੀ ਹੈ, ਤੇ ਇਹ ਮੇਰੇ ਨਾਲ ਕਿੱਦਾਂ ਦਾ ਮਹਾਰਾਜ ਇਹ ਘਟਨਾ ਹੋ ਗਈ ਹੈ, ਇਹ ਕਿਵੇਂ ਕੈਸਾ ਕੌਤਕ ਬਣ ਗਿਆ? ਤੇ ਸਤਿਗੁਰੂ ਜੀ ਕਹਿੰਦੇ, ਭਾਈ ਸ਼ਮੀਰ, ਇੰਨੇ ਸਾਰੇ ਜਨਮ ਤੈਨੂੰ ਧਾਰਨ ਕਰਨੇ ਪੈਣੇ ਸਨ, ਜਿਹੜੇ ਸਾਰੇ ਦੇ ਸਾਰੇ ਤੇਰੇ ਸੁਪਨੇ ਦੇ ਵਿੱਚ ਮਹਾਰਾਜ ਕਹਿੰਦੇ ਅਸੀਂ ਭੁਗਤਾ ਦਿੱਤੇ ਹੈ। ਤੇ ਸਾਧ ਸੰਗਤ ਜੀ, ਹਜੂਰ ਦਾ ਵਚਨ ਸੁਣ ਕਰਕੇ ਬੜੀ ਮਨ ਦੇ ਅੰਦਰ ਹੈਰਾਨਗੀ ਹੋਈ, ਤੇ ਮਹਾਰਾਜ ਜੀ ਦੇ ਚਰਨ ਘੁੱਟ ਕਰਕੇ ਫੜ ਲਏ। ਮਹਾਰਾਜ ਆਪ ਦਾ ਬਹੁਤ ਬਹੁਤ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ। ਸਤਿਗੁਰੂ ਜੀ ਆਪ ਨੇ ਕਿਰਪਾ ਕਰਕੇ ਮੈਨੂੰ ਟੇਢੀਆਂ ਜੂਨਾਂ ਵਿੱਚ ਪੈਣੇ ਤੋਂ ਬਚਾ ਲਿਆ, ਮੇਰਾ ਭਲਾ ਕਰ ਦਿੱਤਾ ਹੈ। ਮਹਾਰਾਜ ਆਪ ਜੀ ਦਾ ਸ਼ੁਕਰ ਹੈ, ਧੰਨਵਾਦ ਹੈ। ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਰੱਖ ਕਰਕੇ ਬਾਰ-ਬਾਰ ਬੇਨਤੀਆਂ ਕਰੀ ਗਿਆ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਪੂਰੇ ਸਤਿਗੁਰੂ ਦੀ ਜਿਨ੍ਹਾਂ ਨੂੰ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ ਆ, ਮਨ ਬਾਣੀ ਸਰੀਰ ਕਰਕੇ ਜੋ ਗੁਰੂ ਵਾਲੇ ਹੋ ਜਾਂਦੇ ਨੇ, ਤਿਨਾਂ ਦਾ ਲੇਖਾ ਨਿਬੜ ਜਾਂਦਾ ਹੈ। ਮਹਾਰਾਜ ਉਹਨਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਦੀ ਵਹੀ ਫਾੜ ਦਿੰਦਾ ਧਰਮਰਾਜਾ ਵੀ। ਧਰਮਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਸ ਵੱਲ ਪੂਰੇ ਸਤਿਗੁਰੂ ਜੀ ਹੋ ਜਾਣ, ਮਹਾਰਾਜ ਕਹਿੰਦੇ ਉਹਨੂੰ ਫਿਰ ਕਰਮਾਂ ਦਾ ਹਿਸਾਬ ਕਿਤਾਬ ਹੀ ਨਹੀਂ ਦੇਣਾ ਪੈਂਦਾ, ਉਹਨੂੰ ਫਿਰ ਲੇਖਾ ਦੇ ਜਿਹੜੇ ਵੀ ਚਿੱਤਰਗੁਪਤ ਸਭ ਲਿਖਤੇ ਲੇਖਾ, ਜਿੰਨੇ ਵੀ ਚੰਗੇ ਮਾੜੇ ਕਰਮਾਂ ਦੀ ਲਿਖਤ ਹੁੰਦੀ ਹੈ ਨਾ, ਧਰਮਰਾਜੇ ਕੋਲ ਪੇਸ਼ ਕੀਤੀ ਹੁੰਦੀ ਹੈ। ਉਹ ਸਾਰਾ ਫਿਰ ਕੋਈ ਵੀ ਉਹਨੂੰ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ। ਨਹੀਂ ਤੇ ਸਾਧ ਸੰਗਤ ਜੀ ਪਲ ਪਲ ਦਾ, ਇੱਕ ਇੱਕ ਲਏ ਹੋਏ ਸਵਾਸ ਦਾ ਵੀ ਹਿਸਾਬ ਦੇਣਾ ਪੈਂਦਾ ਧਰਮਰਾਜੇ ਦੇ ਪਾਸ ਜਾ ਕਰਕੇ। ਪੁੱਟੇ ਹੋਏ ਇੱਕ ਕਦਮ ਦਾ, ਹੱਥ ਪੈਰ ਹਿਲਾਇਆ, ਹਰ ਇੱਕ ਕੀਤੀ ਹੋਈ ਸਰੀਰ ਦੀ, ਤਨ ਕਰਕੇ ਮਨ ਕਰਕੇ ਕੀਤੀ ਹਰਕਤ ਦਾ ਵੀ ਜੀਵ ਨੂੰ ਲੇਖਾ ਦੇਣਾ ਪੈਂਦਾ। ਇਹ ਗੁਰੂ ਕੀ ਬਾਣੀ ਦਾ ਬਚਨ ਹੈ। ਪਰ ਜੇ ਜੀਵਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲ ਜਾਣ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਅਸੀਂ ਬਣ ਜਾਈਏ, ਤੇ ਮਹਾਰਾਜ ਕਹਿੰਦੇ ਤਿਨ ਕਾ ਲੇਖਾ ਨਿਬੜਿਆ, ਉਹਨਾਂ ਦਾ ਲੇਖਾ ਹੀ ਮਹਾਰਾਜ ਨਿਬੇੜ ਦਿੰਦੇ ਹਨ। ਹੋਰ ਵੀ ਕਿੰਨੇ ਪ੍ਰਮਾਣ ਸਾਖੀਆਂ ਨੇ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕੀਤੀ ਹੈ, ਤੇ ਇਹਨਾਂ ਦਾ ਗਰੀਬ ਨਵਾਜ ਸਤਿਗੁਰੂ ਜੀ ਨੇ ਲੇਖਾ ਹੀ ਨਿਬੇੜ ਦਿੱਤਾ। ਤੇ ਸਾਧ ਸੰਗਤ ਜੀ, ਜਿਹੜਾ ਹਰੀ ਸੈਨ ਰਾਜਾ ਸੀ ਪੰਜਵੇਂ ਪਾਤਸ਼ਾਹੀ ਦੇ ਸਮੇਂ, ਉਹ ਮਹਾਰਾਜ ਜੀ ਨੇ ਉਹਦਾ ਚੰਡਾਲਾਂ ਦਾ ਜਨਮ ਜਿਹੜਾ ਸੀ ਸਾਧ ਸੰਗਤ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤਾ ਸੀ। ਫਿਰ ਮਹਾਰਾਜ ਜੀ ਦੇ ਚਰਨਾਂ ਦਾ ਫਿਰ ਭਵਰਾ ਬਣਿਆ। ਔਰ ਇਸੇ ਪ੍ਰਕਾਰ ਭਾਈ ਦਿਆਲ ਦਾਸ, ਭਾਈ ਡੱਲ ਸਿੰਘ, ਭਾਈ ਡੱਲਾ ਜੀ, ਤਿੰਨਾਂ ਨੇ ਗੁਰੂ ਕੀ ਸ਼ਰਨ ਧਾਰਨ ਕੀਤੀ। ਸੁਪਨੇ ਦੇ ਵਿੱਚ ਹੀ ਮਹਾਰਾਜ ਨੇ ਸਭ ਲੇਖੇ ਨਿਬੇੜ ਦਿੱਤੇ ਸਨ। ਜਿਹੜੇ ਕਰਮਾਂ ਦੇ ਕਰਕੇ ਬੱਝੇ ਹੋਏ ਹੋਰ ਜਨਮ ਧਾਰਨ ਕਰਨੇ ਸੀ, ਮਹਾਰਾਜ ਸਾਹਿਬ ਜੀ ਨੇ ਸੁਪਨੇ ਦੇ ਵਿੱਚ ਹੀ ਸਾਰੇ ਭੁਗਤਾ ਦਿੱਤੇ ਹੈ। ਇਸ ਲਈ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀਂ ਵੀ ਸ਼ਰਨ ਧਾਰਨ ਕਰੀਏ, ਜਿਸ ਕਰਕੇ 84 ਦੇ ਗੇੜੇ ਵਿੱਚ ਬਚਾਅ ਹੋ ਸਕੇ, ਜਿਸ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਸਕੀਏ। ਮਹਾਰਾਜ ਜੀ ਦੇ ਉਪਦੇਸ਼ ਦੇ ਅਨੁਸਾਰ ਜੀਵਨ ਨਿਰਵਾਹ ਕਰੀਏ, ਗੁਰੂ ਵਾਲੇ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਸਤਿਗੁਰਾਂ ਤੋਂ ਦਾਤ ਪ੍ਰਾਪਤ ਕਰ ਲਈਏ। ਗਰੀਬ ਨਵਾਜ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇੱਥੇ ਅੱਜ ਦੀ ਸਾਧ ਸੰਗਤ ਜੀ ਪਾਵਨ ਬਾਣੀ ਦੀ ਸਮਾਪਤੀ ਹੈ।
ਤੋ ਹਜੂਰ ਨੇ ਸਾਧ ਸੰਗਤ ਜੀ 18 ਪੌੜੀਆਂ ਦੇ ਅੰਦਰ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਅੱਗੇ ਸਾਧ ਸੰਗਤ ਜੀ ਦੂਆ ਪਾਇਆ ਹੋਇਆ ਕਿ 2 ਬਾਣੀਆਂ ਹਨ, ਪੱਟੀ ਨਾਮੇ ਬਾਣੀਆਂ 2 ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ, ਤੇ ਦੂਸਰੀ ਬਾਣੀ ਜੋ ਪੱਟੀ ਨਾਮੇ ਬਾਣੀ ਹੈ ਇਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ, ਦੋਵੇਂ ਆਸਾ ਰਾਗ ਵਿੱਚ ਹੀ ਹੈ। ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਈ ਹੈ, ਫਿਰ ਹੁਣ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਆਈ ਜੋ ਅੱਜ ਸਮਾਪਤੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਮਿਹਰ ਕਰਨ, ਇਵੇਂ ਹੀ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੁੜ ਕਰਕੇ ਰੱਖਣ। ਸਰਬੱਤ ਸੰਗਤ ਮਿਲ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ